ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ। ਸਾਗਰ ਲਹਿਰ ਸਮੁੰਦ ਸਰ, ਵੇਲ ਵਰਸ ਵਰਾਹੋ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ। ਸਾਗਰ ਲਹਿਰ ਸਮੁੰਦ ਸਰ, ਵੇਲ ਵਰਸ ਵਰਾਹੋ। ਆਪ ਖੜੋਵਹਿ ਆਪ ਕਰ, ਆਪੀਨਾ ਆਪਾਹੋ। ਗੁਰਮੁਖ ਸੇਵਾ ਥਾਏ ਪਵੈ, ਓਨ ਮਨ ਤਤ ਕਮਾਹੋ। ਮਸਕਤ ਲਹੋ ਮਜੂਰੀਆ, ਮੰਗ ਮੰਗ ਖਸਮ ਦਰਾਹੋ। ਨਾਨਕ ਪੁਰ ਦਰ ਵਿਪਰਵਾਹ, ਤੋ ਦਰ ਊਣਾ ਨਾਹੀ ਕੋ। ਸੱਚਾ ਵਿਪਰਵਾਹ, ਮਸਕਤ ਲਹੋ ਮਜੂਰੀਆ। ਮੰਗ ਮੰਗ ਖਸਮ ਦਰਾਹੋ। ਨਾਨਕ ਪੁਰ ਦਰ ਵਿਪਰਵਾਹ, ਤਉ ਦਰ ਊਣਾ ਨਾਹੀ ਕੋ। ਸੱਚਾ ਵਿਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ जुगो जुग अटल सतगुरु श्री गुरु ग्रंथ साहब सच्चे पातशाह जी का अज का बख्शिश किया होया ये जो पावन पवित्र फरमान है श्री हुक्मनामा है, ये श्री गुरु ग्रंथ साहब जी अंदर दर्ज सूही राग दी वार दे विच सुभाएमान है। 22 वारां वखो वख रागां विच सतगुरु जी ने उचारण कीतियां। 2 वारां एक रामकली राग विच राए सत्ता बलवंड जी की, एक बसंत राग विच पंचम पातशाह जी की उचारण कीती हुई। ये अपने शुद्ध पौड़ियां दे रूप विच ही हन, इन्हां नाल सलोक नहीं। बाकी कुल जो 20 वारां हन पौड़ियां दे नाल सतगुरु सच्चे पातशाह जी ने सलोक भी पहलां उचारण कीते ने। ਅੱਗੇ ਵੀ ਕਈ ਵੇਰ ਸੰਗਤਾਂ ਦੇ ਨਾਲ ਇਹ ਵਿਚਾਰ ਸਾਂਝਾ ਕੀਤਾ ਹੈ ਕਿ ਇਹ ਵਾਰਾਂ ਦਾ ਜਿਹੜਾ ਅਸਲ ਸਰੂਪ ਹੈ ਉਹ ਛੰਦਾਬੰਦੀ ਦੀ ਚਾਲ ਪੌੜੀ ਵਿੱਚ ਹੋਇਆ ਕਰਦਾ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਆਂ ਇਹਨਾਂ ਸਲੋਕਾਂ ਸਮੇਤ 20 ਵਾਰਾਂ ਦੇ ਵਿੱਚ ਇਹ ਨਿਯਮ ਜਾਣੀਏ ਕਿ ਜਿਸ ਮਹੱਲੇ ਦਾ ਸਿਰਲੇਖ ਵਾਰ ਦੇ ਆਰੰਭ ਵਿੱਚ ਆਇਆ, पौड़ियाँ सारियां उस महल्ले दियाँ सतगुरु सच्चे पातशाह जी के उस पावन स्वरूप दियाँ उचारण कीतियां हुंदियां ने। सूही राग दी जो वार है ये तीसरे पातशाह धन सतगुरु अमरदास साहब जी ने उचारण कीती, उपदेश बख्शे है। भाव कि इस वार दियाँ जो पौड़ियाँ हन वो सतगुरु अमरदास साहब जी ने उचारण कीतियां हुईयां ने। सलोक सतगुरु महाराज जी के समूह स्वरूपां दे सांझे आए ने।
ਅੱਜ ਦਾ ਪਾਵਨ ਸ੍ਰੀ ਮੁਖਵਾਕ ਸੂਹੀ ਰਾਗ ਦੀ 10ਵੀਂ ਪੌੜੀ ਹੈ। ਔਰ ਇਸ ਤੋਂ ਪਹਿਲਾਂ ਜੋ ਸ਼ਲੋਕ ਉਚਾਰਨ ਕੀਤੇ ਨੇ ਇਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੇ ਇਹ ਗੁਰੂ ਕਾ ਪਾਵਨ ਉਪਦੇਸ਼ ਸਤਿਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 788-99 ਉੱਪਰ ਸੁਭਾਏਮਾਨ ਹੈ। ਆਓ ਮਨ ਚਿਤ ਬਿਰਤੀਆਂ ਗੁਰ ਚਰਨਾਂ ਵਿੱਚ ਇਕਾਗਰ ਕਰੀਏ। ਲੇਵ ਔਰ ਸੁਰਤ ਨੂੰ ਸਤਿਗੁਰੂ ਮਹਾਰਾਜ ਜੀ ਕੇ ਚਰਨਾਂ ਵਿੱਚ ਟਿਕਾਉਣ ਦਾ ਯਤਨ ਕਰਦਿਆਂ ਹੋਇਆਂ ਗੁਰੂ ਕਾ ਉਪਦੇਸ਼ ਗੁਰਬਾਣੀ ਦੀ ਵਿਚਾਰ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਆਦਿ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਸ਼ਲੋਕ ਉਚਾਰਨ ਕਰਕੇ ਆਪਾਂ ਸਭਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਸਤਤ ਉਚਾਰਨ ਕਰਦਿਆਂ ਹੋਇਆਂ ਇਹ ਸ਼ਲੋਕ ਗੁਰੂ ਗਰੀਬ ਨਿਵਾਜ ਜੀ ਨੇ ਉਚਾਰਨ ਕੀਤਾ ਹੈ। ਵਾਹੋ ਖਸਮ ਤੂੰ ਵਾਹੋ। ਵਾਹ ਤੋਂ ਭਾਵ ਹੈ ਅਸਚਰਜ। ਅਸਚਰਜ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੀ ਸੋਭਾ ਕਰਨ ਵਾਸਤੇ ਕੋਈ ਉਕਤੀ ਕੋਈ ਦਲੀਲ ਕੋਈ ਵਿਚਾਰ ਪਿੱਛੇ ਬਾਕੀ ਨਾ ਰਹੇ। ਭਾਵ ਕਿ ਜਿਸ ਦਾ ਵਰਣਨ ਜਿਸ ਦੇ ਸਰੂਪ ਦਾ ਵਰਣਨ ਜਿਸ ਦੇ ਗੁਣਾਂ ਦਾ ਵਰਣਨ ਜਿਸ ਦੀ ਸ਼ਕਤੀ ਦਾ ਜਿਸ ਦੀ ਤਾਕਤ ਦਾ ਵਰਣਨ ਕਰਦਿਆਂ ਹੋਇਆਂ ਇਹ ਰਸਨਾ ਜਿਹੜੀ ਹੈ ਇਹ ਥੱਕ ਜਾਵੇ ਦਿਮਾਗ ਚੱਕਰਤ ਹੋ ਕੇ ਰਹਿ ਜਾਵੇ ਪਰ ਉਹ ਵਰਣਨ ਕਦੇ ਕੀਤਾ ਹੀ ਨਾ ਜਾ ਸਕੇ। ਉਸ ਨੂੰ ਕਿਹਾ ਜਾਂਦਾ ਹੈ ਵਾਹੋ। ਵਾਹ ਨਾਮ ਅਚਰਜ ਕੋ ਹੋਈ ਅਚਰਜ ਤੇ ਪਰ ਉਕਤ ਨਾ ਕੋਈ। ਵਾਹ ਤੋਂ ਭਾਵ ਹੈ ਅਸਚਰਜ ਤੇ ਜਿੱਥੇ ਅਸਚਰਜ ਕਹਿ ਦਿੱਤਾ ਜਿੱਥੇ ਵਾਹ ਕਹਿ ਦਿੱਤਾ ਉਹਦੇ ਤੋਂ ਪਰੇ ਕੋਈ ਵਿਚਾਰ ਜਿਹੜੀ ਹੈ ਉਹ ਬਾਕੀ ਰਹਿ ਨਹੀਂ ਜਾਂਦੀ। ਹੇ ਸਾਡੇ ਖਸਮ ਹੇ ਕੁੱਲ ਸੰਸਾਰ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਤੂੰ ਵਾਹੋ ਰੂਪ ਹੈ ਵਾਹੋ ਰੂਪ ਹੈ ਤੂੰ ਅਸਚਰਜ ਰੂਪ ਹੈ ਅਸਚਰਜ ਤੋਂ ਵੀ ਅਸਚਰਜ ਰੂਪ ਹੈ। ਜਿਨ ਰਚ ਰਚਨਾ ਹਮ ਕੀਏ। ਤੂੰ ਅਸਚਰਜ ਰੂਪ ਹੈ ਹੇ ਵਾਹਿਗੁਰੂ ਜੀ ਸਾਡੇ ਮਾਲਕ ਪਰਮਾਤਮਾ ਜੀ। ਜਿਨ ਰਚ ਰਚਨਾ ਜਿਸ ਨੇ ਪੰਜਾਂ ਤੱਤਾਂ ਦੀ ਰਚਨਾ ਰਚ ਕੇ ਹਮ ਕੀਏ। ਇਹ तमाम ਜੀਵ ਜਿਹੜੇ ਨੇ ਇਹ ਪੈਦਾ ਕੀਤੇ ਨੇ। ਹਿੰਦਕੀ ਜਾਂ ਸੰਸਕ੍ਰਿਤ ਦੇ ਹਿਸਾਬ ਨਾਲ ਜੇ ਹਮ ਅੱਖਰ ਦਾ ਅਰਥ ਕਰੀਏ ਤਾਂ ਇਹਦਾ ਭਾਵ ਹੈ ਅਸੀਂ। ਪਰ ਜੇ ਫਾਰਸੀ ਅੱਖਰ ਦੇ ਵਿੱਚੋਂ ਅਸੀਂ ਹਮ ਦਾ ਅਰਥ ਵੇਖੀਏ ਇਹਦਾ ਅਰਥ ਹੈ तमाम ਸਾਰੇ ਜਿੰਨੇ ਵੀ ਨੇ। ਜਿਨ ਰਚ ਰਚਨਾ ਹਮ ਕੀਏ ਜਿਸ ਪਰਮਾਤਮਾ ਨੇ ਪੰਜਾਂ ਤੱਤਾਂ ਦੀ ਰਚਨਾ ਰਚੀ ਤੇ ਉਹਨਾਂ ਪੰਜਾਂ ਤੱਤਾਂ ਤੋਂ ਇਹ ਸਾਰੇ ਦੇ ਸਾਰੇ तमाम ਜਿੰਨੇ ਜੀਵ ਨੇ ਇਹ ਪੈਦਾ ਕੀਤੇ। ਜਿਨ ਰਚ ਰਚਨਾ ਜਿਸ ਨੇ ਮਾਂ ਕੀ ਰਕਤ ਪਿਤਾ ਬਿਦ ਧਾਰਾ ਮਾਤਾ ਦੇ ਰਕਤ ਔਰ ਪਿਤਾ ਦੇ ਬਿੰਦ ਦੇ ਮਿਲਾਪ ਤੋਂ ਰਚ ਰਚਨਾ ਇਹਨਾਂ ਸਰੀਰਾਂ ਦੀ ਰਚਨਾ ਰਚੀ। ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ। ਇਸੇ ਤਰ੍ਹਾਂ ਭਗਤ ਰਸਨਾ ਰਾਹੀਂ ਵੀ ਇਹ ਪਾਵਨ ਫਰਮਾਨ ਹੈ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਸੋ ਇੱਕ ਬਿੰਦ ਦੀ ਬੂੰਦ ਮਾਤਰ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਸਰੀਰਾਂ ਦੀ ਇਹ ਰਚਨਾ ਰਚੀ ਹੈ। ਹੇ ਵਾਹਿਗੁਰੂ ਜੋ ਆਪ ਜੀ ਨੇ ਇਹ ਸਾਰੀ ਪੰਜਾਂ ਤੱਤਾਂ ਦੀ ਰਚਨਾ ਰਚ ਕੇ ਔਰ ਇਸੇ ਪ੍ਰਕਾਰ ਮਾਤਾ ਦੇ ਗਰਭ ਅੰਦਰ ਜੀਵਾਂ ਨੂੰ ਅਸਥਾਪਨ ਕਰਕੇ ਜਾਂ ਹੋਰ ਵੀ ਤਰੀਕਿਆਂ ਨਾਲ ਵੱਖੋ ਵੱਖਰੇ ਜੀਵ ਜਿਹੜੇ ਅੰਡਜ ਜੀਰਜ ਸੇਤਜ ਉਤਪੁਜ ਖਾਣੀਆਂ ਦੇ ਨੇ ਇਹ ਸਾਰੇ तमाम ਜੀਵ ਰਚਨਾ ਰਚ ਕੇ ਜੋ ਆਪ ਜੀ ਨੇ ਪੈਦਾ ਕੀਤੇ ਹੈ। ਐਸੀ ਰਚਨਾ ਰਚਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਸਦਾ ਅਸਚਰਜ ਰੂਪ ਹੋ। ਸਾਗਰ ਲਹਿਰ ਸਮੁੰਦ ਸਰ। ਆਪ ਜੀ ਸਾਗਰ ਰੂਪ ਹੋ। ਪੁਰਾਣਕ ਕਥਾਵਾਂ ਮੁਤਾਬਕ ਸਾਗਰ ਰਾਜੇ ਦੇ ਪੁੱਤਰਾਂ ਦਾ ਪੁੱਟਿਆ ਹੋਇਆ ਸਾਗਰ ਔਰ ਇਸੇ ਪ੍ਰਕਾਰ ਲਹਿਰ ਉਹਨਾਂ ਸਮੁੰਦਰਾਂ ਵਿੱਚ ਉਹਨਾਂ ਸਾਗਰਾਂ ਵਿੱਚ ਪੈਦਾ ਹੋਣ ਵਾਲੀਆਂ ਪਾਣੀ ਦੀਆਂ ਲਹਿਰਾਂ। ਸਮੁੰਦ ਜਿਹੜਾ ਲੱਖ ਯੋਜਨ ਵੱਡਾ ਸਮੁੰਦਰ ਕਿਹਾ ਜਾਂਦਾ ਹੈ। ਸਰ ਜਿਹੜੇ ਹੋਰ ਪਾਣੀ ਦੇ ਟੋਭੇ ਤਲਾਬ ਇਤਿਆਦਿਕ ਹਨ
ਸੋ ਇਹਨਾਂ ਸਾਰਿਆਂ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੇ ਪੈਦਾ ਕੀਤਾ ਹੈ। ਵੇਲ ਵਰਸ ਵਰਾਹ, ਵੇਲ ਭਾਵ ਅਨੇਕ ਪ੍ਰਕਾਰ ਦੀਆਂ ਵੇਲਾਂ, ਜੰਗਲ, ਬੂਟੇ, ਦਰਖਤ, ਬਾਗ ਬਗੀਚੇ, ਇਹ ਸਾਰੇ ਪੈਦਾ ਕੀਤੇ। ਵਰਸ ਵਰਸ਼ਾ ਕਰਨ ਵਾਲੇ ਵਰਾਹ ਜਿਹੜੇ ਬੱਦਲ ਹਨ, ਇਹਨਾਂ ਬੱਦਲਾਂ ਨੂੰ ਵੀ ਪੈਦਾ ਕੀਤਾ ਹੈ। ਭਾਵ ਕਿ ਸੰਸਾਰ ਦੇ ਅੰਦਰ, ਬ੍ਰਹਿਮੰਡ ਅੰਦਰ ਜਿੰਨਾ ਵੀ ਪਸਾਰਾ ਹੈ, ਇਸ ਸਾਰੇ ਪਸਾਰੇ ਨੂੰ ਪੈਦਾ ਕਰਨ ਵਾਲੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਵਾਹੋ ਰੂਪ ਹੋ, ਆਪ ਜੀ ਅਸਚਰਜ ਰੂਪ ਹੋ। ਸੋ ਇਉਂ ਇਸੇ ਪ੍ਰਕਾਰ ਆਪ ਕਿਰਪਾ ਦਾ ਸਾਗਰ ਰੂਪ ਹੋ। ਗਿਆਨ ਰੂਪੀ ਲਹਿਰਾਂ ਜਿਹੜੀਆਂ ਨੇ ਇਹ ਆਪ ਜੀ ਤੋਂ ਪੈਦਾ ਹੁੰਦੀਆਂ ਨੇ। ਸਮੁੰਦਰਵਤ ਆਪ ਜੀ ਅਥਾਹ ਰੂਪ ਹੋ, ਬੇਅੰਤ ਰੂਪ ਹੋ। ਸੋ ਇਸ ਪ੍ਰਕਾਰ ਆਨੰਦ ਦਾ ਸਰੋਵਰ ਰੂਪ ਹੋ। ਭਾਵ ਭਗਤੀ ਦੀਆਂ ਵੇਲਾਂ ਨੂੰ ਆਪਣੇ ਪਿਆਰਿਆਂ ਦੇ ਹਿਰਦੇ ਵਿੱਚ ਪੈਦਾ ਕਰਕੇ ਵਰਾਹੋ ਬੱਦਲ ਰੂਪ ਹੋ ਕੇ ਆਪ ਹੀ ਮਿਹਰਾਂ ਦੀ ਵਰਖਾ ਕਰਨ ਵਾਲੇ ਵਰਸਣ ਰੂਪ ਵੀ ਹੁੰਦੇ ਹੋ। ਧੰਨਤਾ ਦੇ ਯੋਗ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਸਦਾ ਸਦਾ ਆਪ ਜੀ ਅਸਚਰਜ ਰੂਪ ਹੋ। ਆਪ ਖੜੋਵਹਿ ਆਪ ਕਰ, ਆਪੇ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੋਇਆ ਹੈ ਤੇ ਆਪ ਖੜੋਵਹਿ, ਆਪ ਹੀ ਇਹ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਸੰਸਾਰ ਵਿੱਚ ਆਪ ਜੀ ਖਲੋਤੇ ਹੋਏ, ਭਾਵ ਸਥਿਤ ਹੋਏ ਹੋ। ਕੀਟ ਹਸਤ ਮਹਿ ਪੂਰ ਸਮਾਨੇ, ਪ੍ਰਗਟ ਪੁਰਖ ਸਭ ਠਾਊ ਜਾਣੇ। ਸਾਧ ਸੰਗਤ ਜੀ, ਛੋਟਾ ਜੀਵ ਕੀੜੀ ਮੰਨੀ ਗਈ ਹੈ, ਭਾਵੇਂ ਕਿ ਕੀੜੀ ਤੋਂ ਵੀ ਛੋਟੇ ਸੂਖਮ ਜੀਵ ਸੰਸਾਰ ਦੇ ਵਿੱਚ ਮੌਜੂਦ ਨੇ, ਪਰ ਫਿਰ ਵੀ ਨਜ਼ਰ ਆਉਣ ਵਾਲੇ ਜੀਵਾਂ ਵਿੱਚੋਂ ਕੀੜੀ ਛੋਟੀ ਮੰਨੀ ਜਾਂਦੀ ਹੈ ਤੇ ਹਾਥੀ ਦਾ ਸਰੂਪ ਜਿਹੜਾ ਇਹ ਸਾਰਿਆਂ ਨਾਲੋਂ ਵੱਡਾ ਮੰਨਿਆ ਜਾਂਦਾ ਹੈ। ਕੀਟ ਹਸਤ ਮਹਿ ਪੂਰ ਸਮਾਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਛੋਟੇ ਤੋਂ ਵੱਡੇ ਤੱਕ ਜਿੰਨੇ ਵੀ ਜੀਵ ਪੈਦਾ ਕੀਤੇ, ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਇੱਕ ਸਮਾਨ ਪਰਿਪੂਰਨ ਹੋ ਰਿਹਾ ਹੈ। ਜਿਹੜੀ ਵੀ ਰਚਨਾ ਰਚੀ, ਉਸ ਰਚਨਾ ਦੇ ਵਿੱਚ ਆਪਣਾ ਆਪਾ ਉਸ ਪਰਮਾਤਮਾ ਨੇ ਰੱਖਿਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸੋ ਇਸ ਪ੍ਰਕਾਰ ਜਲ ਪਾਣੀਆਂ ਦੇ ਵਿੱਚ ਵੀ, ਸਮੁੰਦਰਾਂ ਦੇ ਵਿੱਚ ਵੀ, ਥਲ ਖੁਸ਼ਕ ਥਾਵਾਂ 'ਤੇ ਵੀ, ਮਹੀ ਧਰਤੀ ਉੱਪਰ ਵੀ, ਅਲ ਆਕਾਸ਼ ਵਿੱਚ ਵੀ, ਸਾਰੀਆਂ ਥਾਵਾਂ 'ਤੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੈ। ਰਚਨਾ ਮਨੁੱਖ ਵੀ ਅਨੇਕ ਪ੍ਰਕਾਰ ਦੀ ਕਰਦਾ ਹੈ। ਆਪੋ ਆਪਣੇ ਕਿੱਤੇ ਮੁਤਾਬਕ, ਆਪੋ ਆਪਣੇ ਕਰਮ ਮੁਤਾਬਕ ਮਨੁੱਖ ਕਈ ਪ੍ਰਕਾਰ ਦੀਆਂ ਚੀਜ਼ਾਂ ਬਣਾਉਂਦਾ ਹੈ, ਪਰ ਬਣਾਉਣ ਵਾਲਾ ਕਿਤੇ ਦੂਰ ਹੈ ਤੇ ਉਹਦੀ ਬਣਾਈ ਹੋਈ ਚੀਜ਼ ਕਿਤੇ ਦੂਰ ਹੈ। ਸਾਡੇ ਘਰ ਵਿੱਚ ਨਿਤ ਵਰਤੋਂ ਦਾ ਅਨੇਕ ਪ੍ਰਕਾਰ ਦਾ ਸਾਜੋ ਸਮਾਨ, ਆਖਰ ਕਿਸੇ ਨੇ ਤਾਂ ਉਹ ਬਣਾਇਆ ਹੈ ਨਾ, ਪਰ ਕਿਸ ਨੇ ਬਣਾਇਆ, ਕਿੱਥੇ ਬਣਿਆ, ਆਪਾਂ ਨੂੰ ਕੋਈ ਪਤਾ ਨਹੀਂ। ਆਪਾਂ ਘਰ ਵਿੱਚ ਵਰਤਦੇ ਹਾਂ, ਪਰ ਧੰਨ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਸਾਰੀ ਰਚਨਾ ਰਚੀ ਹੈ, ਉਹ ਇਸ ਰਚਨਾ ਤੋਂ ਦੂਰ ਨਹੀਂ, ਇਸ ਰਚਨਾ ਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਆਪ ਖੜੋਵਹਿ ਆਪ ਕਰ, ਆਪੇ ਹੀ ਕਰਕੇ, ਭਾਵ ਆਪ ਪੈਦਾ ਕਰਕੇ, ਆਪ ਸਾਰੇ ਜੀਵਾਂ ਦੀ ਰਚਨਾ ਕਰਕੇ, ਕੁੱਲ ਸੰਸਾਰ ਨੂੰ ਰਚ ਕੇ ਆਪ ਖੜੋਵਹਿ। ਹੇ ਵਾਹਿਗੁਰੂ ਜੀ, ਆਪ ਉਸ ਦੇ ਵਿੱਚ ਖਲੋਤੇ ਹੋਏ ਹੋ, ਆਪ ਜੀ ਵਿੱਚ ਸਥਿਤ ਹੋਏ ਹੋ, ਸਾਰਿਆਂ ਦੇ ਵਿੱਚ ਹੀ ਆਪ ਜੀ ਸਮਾਏ ਹੋਏ ਹੋ। ਆਪ ਪੀਣਾ ਆਪ ਆਹ, ਤੇ ਆਪ ਪੀਣਾ, ਆਪ ਆਪਣੇ ਆਪ ਤੋਂ ਖੁਦ ਪੈਦਾ ਹੋਏ ਹੋ। ਆਪ ਜੀ ਨੂੰ ਸਾਜਣ ਵਾਲਾ, ਥਾਪਣ ਵਾਲਾ, ਪੈਦਾ ਕਰਨ ਵਾਲਾ ਹੋਰ ਦੂਸਰਾ ਕੋਈ ਨਹੀਂ। ਹਜ਼ੂਰ ਦਾ ਪਾਵਨ ਬਚਨ ਆਪਾਂ ਮੂਲ ਮੰਤਰ ਵਿੱਚ ਪੜ੍ਹਦੇ ਆ ਨਾ, ਸੈ ਭੰਗ। ਸੈ ਤੋਂ ਭਾਵ ਹੈ ਸਵੈ ਤੇ ਭੰਗ ਤੋਂ ਭਾਵ ਹੈ ਪ੍ਰਕਾਸ਼ਮਾਨ। ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਉਹ ਅਕਾਲ ਪੁਰਖ ਵਾਹਿਗੁਰੂ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਨਾ ਤਾਂ ਕਿਸੇ ਦਾ ਕੀਤਾ ਉਹ ਪੈਦਾ ਹੋਇਆ ਹੈ, ਨਾ ਕਿਸੇ ਦਾ ਅਸਥਾਪਨ ਕੀਤਾ ਹੋਇਆ ਉਹ ਥਾਪਿਆ ਗਿਆ ਹੈ। ਜਿਵੇਂ ਕੋਈ ਇੱਕ ਰਾਜਾ ਮਹਾਰਾਜਾ ਕਹਿ ਲਈਏ, ਕੋਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਹੋਰ ਦੇਸ਼ ਦਾ ਮਾਲਕ ਕਹਿ ਲਈਏ, ਉਹ ਅੱਗੋਂ ਆਪਣੇ ਅਹਿਲਕਾਰਾਂ ਨੂੰ ਥਾਪ ਦਿੰਦਾ ਹੈ ਨਾ, ਇਉਂ ਪਰਮਾਤਮਾ ਨੂੰ ਥਾਪਣ ਵਾਲਾ ਕੋਈ ਨਹੀਂ। ਥਾਪਿਆ ਨਾ ਜਾਏ, ਕਿਸੇ ਦਾ ਥਾਪਿਆ ਹੋਇਆ ਨਹੀਂ। ਕੀਤਾ ਨਾ ਹੋਏ, ਕਿਸੇ ਦਾ ਪੈਦਾ ਕੀਤਾ ਹੋਇਆ ਉਹ ਪੈਦਾ ਨਹੀਂ ਹੁੰਦਾ, ਬਲਕਿ ਆਪੇ ਆਪ ਨਿਰੰਜਨ ਸੋਏ। ਨਿਰਅੰਜਨ, ਮੋਹ ਮਾਇਆ ਦੀ ਕਾਲਖ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਆਪਣੇ ਆਪ ਤੋਂ ਆਪੇ ਹੀ ਹੈ।
ਇਉਂ ਆ ਪੀਣਾ, ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ। ਇਉਂ ਆ ਪੀਣਾ ਆਪਣੇ ਆਪ ਤੋਂ ਆਪੇ ਹੀ ਹੈ, ਤੇ ਆਪ ਆਹੋ। ਪਾ ਤੋਂ ਰਹਿਤ ਭਾਵ ਕਿ ਕਿਸੇ ਦੀ ਪਾ ਨਹੀਂ, ਕਿਸੇ ਦੀ ਉਸ ਨੂੰ ਲਪਾਏ ਮਾਨਗੀ ਨਹੀਂ। ਆਪ ਖੜੋਵੈ ਹੈ ਆਪ ਕਰ, ਜਗਤ ਨੂੰ ਆਪੇ ਪੈਦਾ ਕੀਤਾ ਹੈ। ਆਪ ਵਿੱਚ ਖਲੋਤਾ, ਆਪ ਸਭਨਾਂ ਦੇ ਵਿੱਚ ਵਰਤਦਾ ਹੈ, ਤੇ ਸਭਨਾਂ ਦੇ ਵਿੱਚ ਵਰਤਦਾ ਹੋਇਆ ਵੀ ਆ ਪੀਣਾ ਆਪ ਆਹੋ। ਆਪ ਉਹ ਸਾਰਿਆਂ ਤੋਂ ਅਸੰਗ ਹੈ, ਨਿਰਲੇਪ ਰੂਪ ਹੈ। ਜਿਵੇਂ ਕਿ ਸਤਿਗੁਰੂ ਮਹਾਰਾਜ ਦਾ ਗੁਰਬਾਣੀ ਅੰਦਰ ਇਹ ਵੀ ਪਾਵਨ ਬਚਨ ਹੈ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਸਰਬ ਨਿਵਾਸੀ, ਸਾਰਿਆਂ ਵਿੱਚ ਨਿਵਾਸ ਕਰ ਰਿਹਾ ਹੈ, ਸਾਰਿਆਂ ਵਿੱਚ ਵਸ ਰਿਹਾ ਹੈ, ਪਰ ਸਭ ਦੇ ਵਿੱਚ ਵਸਦਾ ਹੋਇਆ ਵੀ ਸਦਾ ਅਲੇਪਾ, ਸਦਾ ਅਲੇਪ ਨਿਰਲੇਪ ਰੂਪ ਹੈ। ਕਿਸੇ ਪ੍ਰਕਾਰ ਦੀ ਲਪਾਏ ਮਾਨਗੀ ਨਹੀਂ, ਕਿਸੇ ਪ੍ਰਕਾਰ ਦੀ ਉਹਨੂੰ ਪਾਹ ਨਹੀਂ ਚੜ੍ਹਦੀ, ਕਿਸੇ ਦੇ ਪਾਪ ਪੁੰਨ ਦਾ ਉਹਦੇ ਉੱਪਰ ਕੋਈ ਅਸਰ ਨਹੀਂ, ਕਿਸੇ ਦੇ ਕਰਮਾਂ ਦਾ ਉਸ ਨੂੰ ਕੋਈ ਅਸਰ ਨਹੀਂ। ਇਉਂ ਸਾਰਿਆਂ ਵਿੱਚ ਵਸਦਿਆਂ ਹੋਇਆਂ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਭਨਾਂ ਨਾਲੋਂ ਅਸੰਗ ਅਪਾਹ ਹੋ, ਨਿਰਲੇਪ ਰੂਪ ਹੋ। ਗੁਰਮੁਖ ਸੇਵਾ ਥਾਏ ਪਵੈ, ਮੁਖੀ ਗੁਰਾਂ ਕੇ ਲੜ ਲੱਗ ਕੇ, ਗੁਰਮੁਖ ਹੋ ਕੇ ਜਿਹੜਾ ਸ਼ਰਧਾ ਭਾਵਨਾ ਦੇ ਸਹਿਤ ਸੇਵਾ ਕਰਦਾ ਹੈ, ਉਸ ਦੀ ਕੀਤੀ ਹੋਈ ਸੇਵਾ ਥਾਏ ਪਵੈ। ਮਹਾਰਾਜ ਆਪ ਜੀ ਦੇ ਦਰ ਤੇ ਥਾਂ ਪੈਂਦੀ ਹੈ, ਪ੍ਰਵਾਨ ਹੁੰਦੀ ਹੈ। ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ऐसे आप जी पतत पावन रूप हो, ऐसा आप जी का सुभाव है कि एक तिल मात्र भी किसी की घाल कमाई नूं भन्नदे नहीं, भाव व्यर्थ नहीं जाण दिंदे। जैसी जैसी भावना तैसा तैसा फल, जिन्नी जिन्नी घालना उन्ना उन्ना फल वाहिगुरू जरूर बख्शिश करता है। प्रभ घालिया किसै का एक तिल ना गवाई, एक तिल मात्र भी नहीं गवाउंदा। इउं गुरमुख बन के जिहड़े सेवा करते ने ਉਹ ਥਾਂਏ ਪੈ ਜਾਂਦੇ, ਪ੍ਰਵਾਨ ਹੋ ਜਾਂਦੇ ਹਨ। ਓਨ ਮਨ ਤਤ ਕਮਾਹੁ, ਉਹ ਗੁਰਮੁਖ ਜਨ ਜੋ ਸੇਵਾ ਕਰਦਿਆਂ ਹੋਇਆਂ ਟੇਕਦੇ ਹਨ ਉਨਮਨੀ ਅਵਸਥਾ ਦੇ ਵਿੱਚ। ਉਨਮਨੀ ਅਵਸਥਾ ਭਾਵ ਅਡੋਲਤਾ ਵਾਲੀ ਅਵਸਥਾ, ਜਿੱਥੇ ਮਨ ਅਡੋਲ ਹੈ, ਜਿੱਥੇ ਬੁੱਧੀ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਾਮਨਾਵਾਂ ਨਹੀਂ, ਕੋਈ ਇੱਕ ਵੀ ਕਾਮਨਾ ਨਹੀਂ। ਐਸੀ ਅਕਾਮ ਮਤ ਹੋ ਕੇ ਜਿਹੜੀ ਸੁਰਤ ਟਿਕਣੀ ਹੈ ਨਾ, ਇਸ ਨੂੰ ਉਨਮਨੀ ਅਵਸਥਾ ਕਿਹਾ ਜਾਂਦਾ ਹੈ। ਯੋਗ ਮਤ ਦੇ ਮੁਤਾਬਕ 5 ਅਵਸਥਾਵਾਂ ਮੰਨੀਆਂ ਜਾਂਦੀਆਂ ਨੇ ਜੋਗੀਆਂ ਦੇ ਵਿੱਚ, ਖੇਚਰੀ, ਭੂਚਰੀ, ਚਾਚਰੀ, ਅਗੋਚਰੀ, ਉਨਮਨੀ। ਉਨਮਨ ਅਵਸਥਾ ਜਿਹੜੀ ਹੈ ਇਹ ਗਿਆਨ ਅਵਸਥਾ ਕਹੀ ਜਾਂਦੀ ਹੈ। ਜੋਗੀਆਂ ਦੇ ਮੁਤਾਬਕ ਤਾਂ ਇਹ ਆਨੰਦ ਨੂੰ ਪ੍ਰਾਪਤ ਕਰਨ ਵਾਲੀ, ਯੋਗਾ ਆਨੰਦ ਦੀ ਪ੍ਰਾਪਤੀ ਵਾਲੀ ਅਵਸਥਾ ਹੈ। ਪਰ ਗੁਰਮਤ ਅੰਦਰ ਉਨਮਨੀ ਅਵਸਥਾ ਕੀ ਹੈ ਕਿ ਇੱਕ ਰਸ ਵਾਹਿਗੁਰੂ ਕੇ ਸਿਮਰਨ ਵਿੱਚ ਟਿਕ ਕੇ ਉਸ ਪਰਮਾਤਮਾ ਦੇ ਸਿਮਰਨ ਦਾ ਆਨੰਦ ਮਾਣਨਾ। ਇਉਂ ਇਹ ਗਿਆਨ ਅਵਸਥਾ, ਆਤਮਿਕ ਗਿਆਨ ਦੀ ਪ੍ਰਾਪਤੀ ਵਾਲੀ ਅਵਸਥਾ। ਸੋ ਤਤ ਕਮਾਹੁ, ਉਨਮਨੀ ਅਵਸਥਾ ਵਿੱਚ ਟਿਕ ਕੇ ਗੁਰਮੁਖ ਜਨ ਤਤ ਸਰੂਪ ਜੋ ਪਰਮਾਤਮਾ ਹੈ, ਕਮਾਹੁ ਉਸ ਦੀ ਅਧਿਆਤਮਿਕ ਕਮਾਈ ਕਰ ਲੈਂਦੇ ਨੇ। ਤਤ ਸਿਧਾਂਤ ਜੋ ਪਰਮਾਤਮਾ ਦਾ ਨਾਮ ਹੈ, ਨਾਮ ਰੂਪੀ ਅਧਿਆਤਮਿਕ ਕਮਾਈ ਗੁਰਮੁਖ ਪਿਆਰੇ ਕਰਦੇ ਨੇ। ਇਉਂ ਸਿਮਰਨ ਵੀ ਕੀਤਾ, ਸੇਵਾ ਵੀ ਕੀਤੀ। ਹੇ ਵਾਹਿਗੁਰੂ ਜੀ, ਉਹ ਆਪ ਜੀ ਦੇ ਦਰ ਤੇ ਥਾਂਈ ਪੈਂਦੇ, ਪ੍ਰਵਾਨ ਹੁੰਦੇ ਨੇ। ਮਸਕਤ ਲਹੋ ਮਜੂਰੀਆ, ਸਤਿਗੁਰੂ ਜੀ ਪ੍ਰੇਰਣਾ ਸਾਨੂੰ ਸਭਨਾਂ ਨੂੰ ਦਿੰਦੇ ਨੇ ਕਿ ਭਾਈ ਐਸੇ ਜੋ ਗੁਰਮੁਖ ਪਿਆਰੇ ਨੇ, ਉਹਨਾਂ ਦੀ ਸੰਗਤ ਕਰਦਿਆਂ ਹੋਇਆਂ ਮਸਕਤ ਲਹੋ ਮਜੂਰੀਆ। ਮਸਕਤ ਤੋਂ ਭਾਵ ਹੈ ਘਾਲਣਾ, ਸਰੀਰਕ ਖੇਚਲ ਕਰਨੀ, ਘਾਲਣਾ ਕਰਨੀ, ਮਿਹਨਤ ਕਰਨੀ, ਇਸ ਨੂੰ ਮਸ਼ੱਕਤ ਕਰਨਾ ਕਿਹਾ ਜਾਂਦਾ ਹੈ। ਭਾਈ ਭਾਓ ਭਗਤੀ ਦੀ ਮਸ਼ੱਕਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਸ਼ੁਭ ਗੁਣਾ ਰੂਪੀ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਰੂਪੀ ਮਜ਼ਦੂਰੀਆਂ ਜਿਹੜੀਆਂ ਨੇ ਇਹ ਪ੍ਰਾਪਤ ਕਰ ਲਓ। ਇੱਕ ਮਜ਼ਦੂਰ ਸਾਰਾ ਦਿਨ ਕੰਮ ਕਰਦਾ ਹੈ, ਬਹੁਤ ਜ਼ਿਆਦਾ ਮਸ਼ੱਕਤ ਕਰਦਾ ਹੈ, ਘਾਲਣਾ ਕਮਾਈ ਕਰਦਾ ਹੈ, ਔਰ ਫਿਰ ਆਖਰ ਉਸ ਦੇ ਕੀਤੇ ਹੋਏ ਉਸ ਕੰਮ ਪ੍ਰਤੀ, ਉਸ ਦੀ ਮੁਸ਼ੱਕਤ ਪ੍ਰਤੀ ਉਸ ਨੂੰ ਮਜ਼ਦੂਰੀ ਮਿਲਦੀ ਹੈ, ਤਨਖਾਹ ਮਿਲਦੀ ਹੈ, ਕੋਈ ਧਨ ਦੌਲਤ ਪ੍ਰਾਪਤ ਹੁੰਦਾ ਹੈ। ਅਧਿਆਤਮਿਕ ਰੂਪ ਵਿੱਚ ਭਾਈ ਮੁਸ਼ੱਕਤ ਕਰਨਾ ਕਰੋ ਕਿਹੜੀ? ਵਾਹਿਗੁਰੂ ਕੇ ਨਾਮ ਦੀ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਨਾਮ ਧਿਆਇਆ,
ਉਹਨਾਂ ਨੇ ਇਹ ਮਸ਼ੱਕਤ ਕੀਤੀ ਹੈ। ਕਿਉਂਕਿ ਆਖਣ ਔਖਾ ਸਾਚਾ ਨਾਉ, ਸਭ ਤੋਂ ਔਖਾ ਕਰਮ ਹੈ ਵਾਹਿਗੁਰੂ ਕੇ ਨਾਮ ਨੂੰ ਜਪਣਾ। ਬੜੇ ਬੜੇ ਔਖੇ ਕੰਮ ਨੇ ਦੁਨੀਆ ਤੇ, ਪਰ ਕਰਨ ਵਾਲੇ ਕਰਦੇ ਹੀ ਨੇ। ਸਭ ਤੋਂ ਔਖਾ ਕੰਮ ਵਾਹਿਗੁਰੂ ਦੇ ਨਾਮ ਨਾਲ ਜੁੜਨਾ, ਨਾਮ ਜਪਣਾ। ਤਾਂ ਹੀ ਸਤਿਗੁਰੂ ਜੀ ਇਸ ਨੂੰ ਮਸ਼ੱਕਤ ਕਹਿੰਦੇ ਨੇ। ਸੇਵਾ ਰੂਪੀ ਤੇ ਸਿਮਰਨ ਰੂਪੀ ਮਸ਼ੱਕਤ ਕਰਦਿਆਂ ਹੋਇਆਂ ਵਾਹਿਗੁਰੂ ਦੇ ਦਰ ਤੋਂ ਮਜ਼ਦੂਰੀਆਂ ਪ੍ਰਾਪਤ ਹੋ ਜਾਂਦੀਆਂ। ਮਾਨੋ ਰੋਜ਼ੀਨਾ ਮਿਲ ਜਾਂਦਾ ਹੈ, ਤਨਖਾਹ ਮਿਲ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਰੂਪੀ ਮਜ਼ਦੂਰੀ ਪ੍ਰਾਪਤ ਹੁੰਦੀ ਹੈ। ਮੰਗ ਮੰਗ ਖਸਮ ਦਰਾਹੋ, ਖਸਮ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਦਰਾਹੋ ਉਸ ਦੇ ਦਰ ਤੋਂ ਮੰਗ ਮੰਗ ਕੇ ਮਜ਼ਦੂਰੀਆਂ ਭਾਈ ਪ੍ਰਾਪਤ ਕਰ ਲਵੋ। ਪਹਿਲਾਂ ਮਸ਼ੱਕਤ ਮੰਗਣਾ ਕਰੋ ਗੁਰੂ ਕੇ ਦਰ ਤੋਂ ਕਿ ਹੇ ਸਤਿਗੁਰੂ ਜੀ, ਆਪ ਜੀ ਕੀ ਸੇਵਾ ਰੂਪੀ ਮਸ਼ੱਕਤ ਜਿਹੜੀ ਕਰੜੀ ਘਾਲਣਾ ਹੈ, ਮੈਨੂੰ ਇਹ ਸੇਵਾ ਕਰਨ ਦੀ ਦਾਤ ਬਖਸ਼ੋ। ਮਹਾਰਾਜ ਨਾਮ ਜਪਣ ਦੀ ਘਾਲਣਾ ਜਿਹੜੀ ਹੈ ਇਹ ਮੇਰੇ ਕੋਲੋਂ ਕਰਾ ਲਵੋ। ਪਹਿਲਾਂ ਤਾਂ ਵਾਹਿਗੁਰੂ ਦੇ ਦਰ ਤੋਂ ਆਪਾਂ ਇਹ ਮਸ਼ੱਕਤ ਮੰਗੀਏ। ਇੱਕ ਕੰਮ ਆ, ਇੱਕ ਮਜ਼ਦੂਰ ਕਿਤੇ ਜਾ ਕੇ ਕੰਮ ਮੰਗਦਾ ਨਾ ਕਿ ਭਾਈ ਮੈਨੂੰ ਕੰਮ ਦੇ ਦਿਓ ਰੁਜ਼ਗਾਰ ਪ੍ਰਾਪਤੀ ਵਾਸਤੇ, ਤੇ ਜਦੋਂ ਉਸ ਨੂੰ ਕੰਮ ਮਿਲ ਜਾਂਦਾ ਤੇ ਫਿਰ ਕੰਮ ਦੇ ਬਦਲੇ ਤਨਖਾਹ ਮਿਲਦੀ ਹੈ ਨਾ। ਪਹਿਲਾਂ ਤਾਂ ਗੁਰੂ ਕੇ ਦਰ ਤੇ ਆਪਾਂ ਮੰਗੀਏ ਮਸ਼ੱਕਤ। ਮਹਾਰਾਜ ਸੇਵਾ ਬਖਸ਼ੋ, ਸਿਮਰਨ ਬਖਸ਼ੋ, ਭਾਉ ਭਗਤੀ ਬਖਸ਼ੋ, ਬੰਦਗੀ ਬਖਸ਼ੋ। ਤੇ ਜਦ ਸਤਿਗੁਰੂ ਜੀ ਕਿਰਪਾ ਕਰਕੇ ਇਹ ਬਖਸ਼ਿਸ਼ ਕਰ ਦਿੰਦੇ ਨੇ ਤਾਂ ਫਿਰ ਇਹ ਮਜ਼ਦੂਰੀ ਮੰਗ ਲਈਏ ਕਿ ਮਹਾਰਾਜ ਦਾਵਾ ਮੇਰਾ ਕੋਈ ਨਹੀਂ ਕਿ ਮੈਂ ਸੇਵਾ ਕੀਤੀ, ਮੈਂ ਸਿਮਰਨ ਕੀਤਾ। ਆਪ ਜੀ ਨੇ ਆਪ ਹੀ ਸੇਵਾ ਬਖਸ਼ੀ, ਆਪ ਹੀ ਸਿਮਰਨ ਬਖਸ਼ਿਆ। ਹੁਣ ਆਪ ਹੀ ਕਿਰਪਾ ਕਰੋ ਮਹਾਰਾਜ, ਆਪਣੇ ਸਰੂਪ ਦੇ ਆਨੰਦ ਦੀ ਦਾਤ ਬਖਸ਼ਿਸ਼ ਕਰੋ। ਇਉਂ ਵਾਹਿਗੁਰੂ ਦੇ ਦਰ ਤੋਂ ਮੰਗ ਮੰਗ ਕੇ ਭਾਈ ਇਹ ਬਖਸ਼ਿਸ਼ਾਂ ਜਿਹੜੀਆਂ ਨੇ ਪ੍ਰਾਪਤ ਕਰ ਲਈਏ। ਨਾਨਕ ਪੁਰ ਦਰ ਵੇ ਪ੍ਰਵਾਹ, ਸਤਿਗੁਰੂ ਜੀ ਫਿਰ ਸੰਬੋਧਨ ਰੂਪ ਇਹ ਬਚਨ ਉਚਾਰਨ ਕਰਦੇ ਨੇ ਕਿ ਪੁਰ ਦਰ ਵੇ ਪ੍ਰਵਾਹ। ਜੋ ਵੇ ਪ੍ਰਵਾਹ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਨਾ, ਪੁਰ ਦਰ, ਉਸ ਦਾ ਦਰ ਜਿਹੜਾ ਹੈ ਪੁਰ ਭਰਿਆ ਹੋਇਆ ਹੈ, ਪਰਿਪੂਰਨ ਹੈ, ਕਿਸੇ ਚੀਜ਼ ਦਾ ਘਾਟਾ ਨਹੀਂ। ਹੇ ਵਾਹਿਗੁਰੂ ਜੀ, ਆਪ ਜੀ ਕਾ ਦਰ ਸਾਰੀਆਂ ਬਖਸ਼ਿਸ਼ਾਂ ਨਾਲ ਪਰਿਪੂਰਨ ਹੈ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਹੇ ਮੇਰੇ ਸੱਚੇ ਮਾਲਕ ਜੀ, ਆਪ ਜੀ ਦੇ ਘਰ ਵਿੱਚ ਭਲਾ ਕੀ ਨਹੀਂ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਭ ਕੁਝ ਹੀ ਹੈ ਤੇਰੇ ਘਰ ਵਿੱਚ, ਸਭ ਕੁਝ। ਜਦੋਂ ਸਭ ਕੁਝ ਦੀ ਗੱਲ ਆ ਗਈ ਤਾਂ ਪਿੱਛੇ ਕੋਈ ਚੀਜ਼ ਬਾਕੀ ਰਹਿ ਹੀ ਨਹੀਂ ਗਈ। ਮਹਾਰਾਜ ਸਭੋ ਕੁਝ ਆਪ ਜੀ ਦੇ ਘਰ ਦਰ ਦੇ ਵਿੱਚ ਹੈ, ਤੇ ਜਿਸ ਨੂੰ ਜੋ ਦਾਤ ਤੁਸੀਂ ਬਖਸ਼ਿਸ਼ ਕਰਦੇ ਹੋ ਉਹ ਜੀਵ ਉਸ ਦਾਤ ਨੂੰ ਪ੍ਰਾਪਤ ਕਰ ਸਕਦਾ, ਐਵੇਂ ਨਹੀਂ। ਸੋ ਇਸ ਪ੍ਰਕਾਰ ਨਾਨਕ ਪੁਰ ਦਰ ਵੇ ਪ੍ਰਵਾਹ। ਹੇ ਵੇ ਪ੍ਰਵਾਹ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਦਰ ਤਾਂ ਸਭ ਪਦਾਰਥਾਂ ਨਾਲ, ਲੋਕ ਪਰਲੋਕ ਦੀਆਂ ਸਭ ਬਖਸ਼ਿਸ਼ਾਂ ਦੇ ਨਾਲ ਪਰਿਪੂਰਨ ਹੋ ਰਿਹਾ, ਲਬਾਲਬ ਭਰਿਆ ਹੋਇਆ ਹੈ। ਤਉ ਦਰ ਊਣਾ ਨਾਹੇ ਕੋ, ਵਾਹਿਗੁਰੂ ਜੀ ਤੇਰੇ ਦਰ ਤੇ ਆ ਕੇ ਕੋਈ ਊਣਾ ਨਹੀਂ ਰਹਿੰਦਾ, ਕੋਈ ਖਾਲੀ ਨਹੀਂ ਰਹਿੰਦਾ, ਕੋਈ ਘਾਟੇ ਵਿੱਚ ਨਹੀਂ ਰਹਿੰਦਾ। ਕਿਸੇ ਗੱਲ ਦੀ ਊਣਤਾਈ ਆਪ ਜੀ ਦੇ ਘਰ ਵਿੱਚ ਨਹੀਂ। ਜਦੋਂ ਤੋਂ ਸੰਸਾਰ ਪੈਦਾ ਕੀਤਾ ਹੈ ਉਦੋਂ ਤੋਂ ਬੇਅੰਤ ਜੀਵ ਪੈਦਾ ਕੀਤੇ ਨੇ ਨਾ। 84 ਲੱਖ ਜੂਨ ਕਹੀ ਜਾਂਦੀ ਹੈ, ਤੇ 21 ਜੂਨ ਵਿੱਚ ਜੀਅ ਜੰਤ ਅਣਗਿਣਤ ਅਪਾਰਾ। ਇੱਕ ਜੂਨ ਵਿੱਚ ਅਣਗਿਣਤ ਜੀਵ ਪੈਦਾ ਕੀਤੇ ਨੇ। ਆਪਾਂ ਬਾਕੀ ਸਾਰੀ ਜੂਨਾਂ ਤਾਂ ਪਾਸੇ ਛੱਡ ਦਈਏ, ਕੇਵਲ ਮਨੁੱਖਾ ਜੂਨ ਦੀ ਗੱਲ ਕਰ ਲਈਏ। ਕਦੋਂ ਤੋਂ ਇਹ ਸੰਸਾਰ ਪੈਦਾ ਹੋਇਆ ਤੇ ਅੱਜ ਤੱਕ ਚੱਲਿਆ ਆ ਰਿਹਾ, ਚੱਲਦਾ ਰਹੇਗਾ ਜਿੰਨਾ ਚਿਰ ਵਾਹਿਗੁਰੂ ਨੂੰ ਭਾਵੇਗਾ। ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਜੀਵ, ਕਿੰਨੇ ਮਨੁੱਖ ਜਿਹੜੇ ਨੇ ਸੰਸਾਰ ਤੇ ਪੈਦਾ ਹੋ ਚੁੱਕੇ, ਕੌਣ ਗਿਣਤੀ ਕਰੇ। ਚਲੋ ਬਾਕੀ ਸਾਰਾ ਸਮਾਂ ਵੀ ਛੱਡੀਏ, ਆਪਾਂ ਵਰਤਮਾਨ ਨੂੰ ਹੀ ਵੇਖ ਲਈਏ ਕਿ ਵਰਤਮਾਨ ਵਿੱਚ ਕੁੱਲ ਕਿੰਨੇ ਮਨੁੱਖ ਨੇ ਦੁਨੀਆ ਦੇ ਉੱਪਰ, ਗਿਣਤੀ ਨਹੀਂ ਹੋ ਸਕਦੀ। ਬੇਸ਼ੱਕ ਦੇਸ਼ਾਂ ਦੀਆਂ ਸਰਕਾਰਾਂ ਮਰਦਮਸ਼ੁਮਾਰੀ ਕਰਾਉਂਦੀਆਂ, ਜਨਗਣਨਾ ਹੁੰਦੀ ਹੈ, ਪਰ ਸਹੀ ਅੰਕੜੇ ਕੁੱਲ ਦੁਨੀਆ ਦੀ ਜਨਸੰਖਿਆ ਦੇ ਕਦੇ ਵੀ ਸਾਡੇ ਸਾਹਮਣੇ ਨਹੀਂ ਆ ਸਕਦੇ। ਕਿਉਂ? ਕਿਉਂਕਿ ਵੱਖੋ ਵੱਖਰੇ ਇਲਾਕਿਆਂ ਦੇ ਵਿੱਚੋਂ ਜਨਗਣਨਾ ਹੋਈ, ਮਰਦਮਸ਼ੁਮਾਰੀ ਹੋਈ। ਜਿੰਨੇ ਚਿਰ ਨੂੰ ਅਖੀਰੀ ਰਿਪੋਰਟ ਬਣ ਕੇ ਸੈਂਟਰ ਵਿੱਚ ਪਹੁੰਚੀ ਹੈ ਤੇ ਉਹ ਅੰਕੜੇ ਜਾਰੀ ਕੀਤੇ ਗਏ ਨੇ, ਓਨੇ ਚਿਰ ਦੇ ਵਿੱਚ ਪਤਾ ਨਹੀਂ ਕਿ ਕਿੰਨੇ ਉਹ ਜੀਵ ਜਿਨ੍ਹਾਂ ਦੀ ਗਿਣਤੀ ਉਸ ਜਨਗਣਨਾ ਵਿੱਚ ਹੋਈ ਹੈ ਉਹ ਸਰੀਰ ਛੱਡ ਕੇ ਦੁਨੀਆ ਤੋਂ ਜਾ ਚੁੱਕੇ ਹੈ।
ਕਿੰਨੇ ਜੀਵ ਹੋਰ ਜਨਮ ਲੈ ਕੇ ਆ ਚੁੱਕੇ ਨੇ ਜਿਹੜੇ ਉਸ ਗਿਣਤੀ ਦੇ ਵਿੱਚ ਸ਼ੁਮਾਰ ਨਹੀਂ। ਇਉਂ ਸਹੀ ਅੰਕੜਾ ਕਦੇ ਵੀ ਨਹੀਂ ਆ ਸਕਦਾ। ਕਹਿਣ ਤੋਂ ਭਾਵ ਕਿ ਬੇਅੰਤ ਜੀਵ ਪਰਮਾਤਮਾ ਨੇ ਪੈਦਾ ਕੀਤੇ ਹੈ, ਤੇ ਜਦੋਂ ਤੋਂ ਪੈਦਾ ਕੀਤੇ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਸਾਰਿਆਂ ਨੂੰ ਰਿਜ਼ਕ ਉਪਰਾ ਰਿਹਾ ਹੈ, ਸਾਰਿਆਂ ਨੂੰ ਰੋਜ਼ੀ ਰੋਟੀ ਦੇ ਰਿਹਾ ਹੈ। ਪਾਣੀ, ਹਵਾ, ਅਗਨੀ, ਇਹਨਾਂ ਤੱਤਾਂ ਦੇ ਰਾਹੀਂ ਉਹ ਸਾਡੀ ਉਪਜੀਵਕਾ ਸਾਨੂੰ ਬਖਸ਼ਿਸ਼ ਕਰ ਰਿਹਾ ਹੈ। ਅੰਨ, ਅਨਾਜ, ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ, ਪਰ ਉਹਦੇ ਖਜ਼ਾਨੇ ਵਿੱਚ ਕੋਈ ਘਾਟਾ ਤਾਂ ਨਹੀਂ ਨਾ ਆਇਆ। ਸੋ ਇਸ ਪ੍ਰਕਾਰ ਹੋਰ ਅਨੇਕਾਂ ਜੀਵ ਉਹਨਾਂ ਨੂੰ ਵੀ ਦੇਈ ਜਾ ਰਿਹਾ ਹੈ। ਮਹਾਰਾਜ ਇਉਂ ਬਖਸ਼ਿਸ਼ਾਂ ਦਾ ਭਰਿਆ ਹੋਇਆ ਆਪ ਜੀ ਕਾ ਦਰ ਹੈ, ਔਰ ਉਹਨਾਂ ਬਖਸ਼ਿਸ਼ਾਂ ਵਿੱਚ ਰਤੀ ਭਰ ਵੀ ਕੋਈ ਊਣਤਾਈ ਨਹੀਂ ਆਉਂਦੀ, ਕੋਈ ਘਾਟਾ ਨਹੀਂ ਪੈਂਦਾ। ਸੋ ਇਸੇ ਪ੍ਰਕਾਰ ਜਿਹੜਾ ਵੀ ਤੇਰੇ ਦਰ ਤੇ ਆ ਗਿਆ, ਊਣਾ ਨਾ ਹੈ ਕੋਈ ਊਣਾ ਨਹੀਂ ਜਾਂਦਾ, ਕੋਈ ਖਾਲੀ ਨਹੀਂ ਜਾਂਦਾ। ਹਰ ਕੋਈ ਆਪ ਜੀ ਦੇ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੈ। ਸੱਚਾ ਵੇ ਪ੍ਰਵਾਹ। ਇਉਂ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਸਦਾ ਸੱਚਾ ਹੈ, ਸਦੀਵ ਏਕ ਰਸ ਰਹਿਣ ਵਾਲਾ ਹੈ, ਤ੍ਰਈ ਕਾਲ ਆਬਾਦ ਰੂਪ ਹੈ। ਤ੍ਰਈ ਕਾਲ ਆਬਾਦ ਤੋਂ ਭਾਵ ਕਿ ਭੂਤ, ਭਵਿੱਖਤ, ਵਰਤਮਾਨ ਜਿਹੜੇ ਤਿੰਨ ਸਮੇਂ ਨੇ। ਆਬਾਦ ਜਿਹੜਾ ਕਿਸੇ ਬੰਧਨ ਵਿੱਚ ਨਾ ਪਵੇ, ਆਬਾਦ ਜਿਸ ਨੂੰ ਕੱਟਿਆ ਨਾ ਜਾ ਸਕੇ, ਜਿਹੜਾ ਖਤਮ ਨਾ ਹੋ ਸਕੇ। ਇਉਂ ਤ੍ਰਈ ਕਾਲ ਆਬਾਦ ਰੂਪ ਹੋਣ ਕਰਕੇ ਤੂੰ ਸਦਾ ਹੀ ਸੱਚਾ ਹੈ, ਸਦਾ ਇੱਕ ਰਸ ਹੈ, ਨਿਸ਼ਚੇ ਵਾਚਕ ਹੈ। ਵੇ ਪ੍ਰਵਾਹ, ਸੱਚਾ ਵੇ ਪ੍ਰਵਾਹ ਹੈ ਤੂੰ, ਕਿਸੇ ਦੀ ਤੈਨੂੰ ਕੋਈ ਪ੍ਰਵਾਹ ਨਹੀਂ, ਕਿਸੇ ਦੀ ਮੋਸ਼ੰਦਗੀ ਨਹੀਂ, ਕਿਸੇ ਦੀ ਕੋਈ ਮੋਥਾਜੀ ਨਹੀਂ। ਜੋ ਕਿਛ ਕਰੇ ਸੋ ਆਪੇ ਆਪੇ, ਉਹ ਪੂਛ ਨਾ ਕਿਸੈ ਕਰੈ ਵਿਚਾਰ। ਜੋ ਕਰਦਾ ਹੈ ਵਾਹਿਗੁਰੂ ਆਪੇ ਕਰਦਾ ਹੈ, ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਕਿ ਕਿਵੇਂ ਕਰਾਂ ਕਿ ਨਾ ਕਰਾਂ, ਫਿਰ ਕਿਸੇ ਕੋਲੋਂ ਆਗਿਆ ਲੈਣ ਦੀ ਲੋੜ ਨਹੀਂ। ਇਉਂ ਵਾਹਿਗੁਰੂ ਜੀ ਆਪ ਜੀ ਸੱਚੇ ਬੇਪਰਵਾਹ ਰੂਪ ਹੋ। ਮਹੱਲਾ ਪਹਿਲਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਅੱਗੇ ਕਿਰਪਾ ਕਰਦੇ ਹਨ। ਉਜਲ ਮੋਤੀ ਸੋਹਣੇ। ਹਜੂਰ ਫਰਮਾਨ ਕਰਦੇ ਕਿ ਅਕਾਲ ਪੁਰਖ ਨੇ ਇਹ ਜਿਹੜੇ ਸਰੀਰ ਪੈਦਾ ਕੀਤੇ ਨੇ ਨਾ, ਉਜਲ, ਬੜੇ ਸੁੰਦਰ ਰੂਪ ਇਹ ਸਰੀਰ ਉਸ ਵਾਹਿਗੁਰੂ ਨੇ ਪੈਦਾ ਕੀਤੇ ਹੋਏ ਹੈ। ਮੋਤੀ ਸੋਹਣੇ, ਸੋਹਣੇ ਮੋਤੀਆਂ ਰੂਪੀ ਅੰਗ ਜਿਹੜੇ ਨੇ ਇਸ ਸਰੀਰ ਨਾਲ ਪਰਮਾਤਮਾ ਨੇ ਲਾਏ ਹੋਏ ਨੇ। ਦੇਖੋ ਇਹ ਜਿਹੜੇ ਸੋ ਸਾਡੀਆਂ ਅੱਖਾਂ ਹਨ ਮੋਤੀਆਂ ਵਾਂਗ ਚਮਕਣ ਵਾਲੀਆਂ, ਇਹ ਪਰਮਾਤਮਾ ਨੇ ਸਾਨੂੰ ਬਖਸ਼ੀਆਂ। ਹੋਰ ਅੰਗ ਜਿਹੜੇ ਨੇ ਇਹ ਲੱਗੇ ਹੋਏ ਬੜੇ ਸੁੰਦਰ ਹਨ। ਰਤਨਾ ਨਾਲ ਜੁੜਨ, ਜੋ ਜੁੜੇ ਹੋਏ ਨੇ ਸੁੰਦਰ ਅੰਗਾਂ ਪ੍ਰਤਿਅੰਗਾਂ ਰੂਪੀ ਰਤਨਾ ਨਾਲ। ਰਤਨਾ ਵਰਗੇ ਦੰਦ ਜਿਹੜੇ ਨੇ ਇਹ ਸਾਡੇ ਸ਼ੋਭਾ ਪਾ ਰਹੇ ਨੇ, ਸਰੀਰ ਦੇ ਅੰਦਰ, ਮੁਖ ਅੰਦਰ ਇਹ ਜੁੜੇ ਹੋਏ ਨੇ। ਵੱਖੋ ਵੱਖਰੇ ਅੰਗਾਂ ਨਾਲ, ਰਤਨਾ ਵਰਗੇ ਕੀਮਤੀ ਅੰਗਾਂ ਨਾਲ ਜੁੜਿਆ ਹੋਇਆ ਇਹ ਸਰੀਰ, ਜਿਹਦੇ ਵਿੱਚ ਅੱਖਾਂ, ਨੱਕ, ਕੰਨ ਇਤਿਆਦਿਕ ਸੋਹਣੇ ਉਜਲ ਮੋਤੀਆਂ ਵਰਗੇ ਚਮਕਦੇ ਪਏ ਨੇ। ਤਿੰਨ ਜਰ ਵੈਰੀ ਨਾਨਕਾ। ਇਹਨਾਂ ਰਤਨਾ ਤੇ ਇਹਨਾਂ ਮੋਤੀਆਂ ਵਾਲੇ ਅੰਗਾਂ ਦਾ ਭਾਈ ਜਰ, ਬੁਢਾਪਾ ਜਿਹੜਾ ਹੈ ਨਾ, ਉਹ ਵੈਰੀ ਹੋ ਜਾਂਦਾ ਹੈ। ਜੇ ਬੁੱਢੇ ਥੀਏ ਮਰਨ। ਜਿਹੜੇ ਜੀਵ ਬੁੱਢੇ ਹੋ ਕੇ ਬਿਰਧ ਅਵਸਥਾ ਵਾਲੇ ਹੋ ਕੇ ਮਰਦੇ ਨੇ ਨਾ ਸੰਸਾਰ ਤੋਂ, ਭਾਈ ਦੇਖੋ ਇਹ ਬੁਢਾਪਾ ਉਹਨਾਂ ਦੇ ਸਰੀਰ ਦਾ ਵੈਰੀ ਬਣ ਜਾਂਦਾ ਹੈ, ਅੰਗਾਂ ਦਾ ਵੈਰੀ ਬਣ ਜਾਂਦਾ ਹੈ। ਬੁਢਾਪੇ ਦੇ ਵਿੱਚ ਨਜ਼ਰ ਕਮਜ਼ੋਰ ਹੋ ਗਈ, ਅੱਖਾਂ ਦੀ ਸੋਭਾ ਜਾਂਦੀ ਰਹੀ, ਸੁਣਨਾ ਘੱਟ ਹੋ ਗਿਆ, ਕੰਨਾਂ ਦੀ ਸੋਭਾ ਜਾਂਦੀ ਰਹੀ, ਦੰਦ ਉਖੜ ਗਏ। ਇਉਂ ਬੁਢਾਪਾ ਜਿਹੜਾ ਉਹ ਬੁਢਾਪਾ ਹੀ ਮਨੁੱਖ ਦਾ ਵੈਰੀ ਹੋ ਗਿਆ। ਔਰ ਇਸੇ ਪ੍ਰਕਾਰ ਬੁਢਾਪਾ ਇਹਨਾਂ ਅੰਗਾਂ ਦਾ ਵੀ ਵੈਰੀ ਹੋ ਗਿਆ। ਇਹ ਕੈਸੀ ਇੱਕ ਅਚਰਜ ਰਚਨਾ ਪ੍ਰਮਾਤਮਾ ਨੇ ਰਚੀ ਹੋਈ ਹੈ। ਉਜਲ ਮੋਤੀ ਸੋਹਣੇ, ਅਧਿਆਤਮਿਕ ਰੂਪ ਵਿੱਚ ਖਾਲਸਾ ਜੀ ਇਹ ਜਿਹੜੇ ਸ਼ੁਭ ਗੁਣ ਹਨ, ਇਹ ਮਾਨੋ ਕਿ ਸੁੰਦਰ ਮੋਤੀ ਨੇ। ਵੈਰਾਗ, ਵਿਵੇਕ, ਖਟ ਸੰਪਤੀ ਤੇ ਮੋਖ ਇੱਛਾ, ਇਹ ਚਤੁਸ਼ਟੇ ਸਾਧਨ ਮੁਕਤੀ ਦੇ ਕਹੇ ਜਾਂਦੇ ਨੇ। ਮਨ ਅੰਦਰ ਵੈਰਾਗ ਹੋਣਾ, ਦੁਨੀਆ ਦੇ ਮੋਹ ਤੋਂ ਰਹਿਤ ਹੋ ਜਾਣਾ, ਤੇ ਪ੍ਰਭੂ ਦੀ ਪ੍ਰਾਪਤੀ ਦਾ ਮਨ ਅੰਦਰ ਚਾਉ ਪੈਦਾ ਹੋਣਾ। ਵਿਵੇਕ, ਗਿਆਨ ਦੀ ਪ੍ਰਾਪਤੀ ਹੋਣੀ। ਖਟ ਸੰਪਤੀ, ਜਿਹਦੇ ਵਿੱਚ 6 ਗੁਣ ਆਉਂਦੇ ਨੇ, ਸਮਦਮ, ਸਰਦਾ, ਤੀਸਰੀ, ਸਮਾਧਾਮ, ਉਪਰਾਮ। ਖਟੀ ਤਿਤਿਖਿਆ ਜਾਂਦੀਆਂ, ਭਿੰਨ ਭਿੰਨ ਤਹਿ ਨਾਮ, ਲੰਬੀ ਚੌੜੀ ਇਹਨਾਂ ਦੀ ਵਿਆਖਿਆ ਹੈ। ਸੋ ਇਸ ਪ੍ਰਕਾਰ ਆਪਣੇ ਮਨ ਤੇ ਕਾਬੂ ਕਰਨਾ, ਇੰਦਰੀਆਂ ਤੇ ਕਾਬੂ ਕਰਨਾ, ਗੁਰੂ ਉੱਪਰ ਸ਼ਰਧਾ ਵਿਸ਼ਵਾਸ ਰੱਖਣਾ, ਔਰ ਇਸੇ ਪ੍ਰਕਾਰ ਉਪਰਾਮਤਾ ਆਪਣੇ ਮਨ ਅੰਦਰ ਰੱਖਣੀ, ਭੁੱਖ ਤੇ ਇਤਿਆਦਿਕ ਝੱਲਣਾ, ਇਹ ਖਟ ਸੰਪਤੀ ਕਹੀ ਜਾਂਦੀ ਹੈ।
ਤੇ ਮੋਖ ਇੱਛਾ ਚੌਥੀ ਕਹਿੰਦੇ ਆ ਮੁਕਤੀ ਦੀ ਇੱਛਾ ਮਨ ਅੰਦਰ ਰੱਖਣੀ। ਇਹ ਜਿਹੜੇ ਚਤੁਸ਼ਟੇ ਸਾਧਨ ਨੇ ਇਹ ਤਾਂ ਮਾਨੋ ਬੜੇ ਸੋਹਣੇ ਉਜਲ ਮੋਤੀਆਂ ਦੀ ਤਰ੍ਹਾਂ ਨੇ, ਰਤਨਾਂ ਨਾਲ ਜੁੜਨ। ਸ਼ੁਭ ਗੁਣ ਜਿਹੜੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਪਾਸੇ ਹੋ ਕੇ ਜਿਹੜੇ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨੀ ਹੈ, ਸਤ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਰਤਨਾਂ ਦੇ ਨਾਲ ਇਹ ਉਜਲ ਮੋਤੀ ਸਾਧਨਾ ਰੂਪੀ ਜੁੜੇ ਹੋਏ ਨੇ। ਪਰ ਇਹ ਜਿੰਨੇ ਵੀ ਸਾਧਨ ਨੇ ਨਾ, ਤਿੰਨ ਜਰ ਵੈਰੀ ਨਾਨਕਾ। ਜਰ ਤੋਂ ਭਾਵ ਧਨ ਦੌਲਤ ਜਿਹੜੀ ਹੈ ਨਾ, ਜੋ ਮੋਹ ਮਾਇਆ ਹੈ, ਇਹ ਇਹਨਾਂ ਚਤੁਸ਼ਟੇ ਸਾਧਨਾ ਦੀ ਤੇ ਇਹਨਾਂ ਸ਼ੁਭ ਗੁਣਾਂ ਦੀ ਮਾਨੋ ਵੈਰੀ ਦੁਸ਼ਮਣ ਬਣ ਜਾਂਦੀ ਹੈ ਜੇ ਬੁੱਢੇ ਥੀਏ ਮਰਨ। ਜਿਵੇਂ ਜਰ ਬੁਢਾਪੇ ਵਿੱਚ ਆਇਆ ਮਨੁੱਖ ਬੁੱਢਾ ਹੋ ਜਾਂਦਾ ਹੈ, ਇਵੇਂ ਜਰ ਮਾਇਆ ਦੇ ਨਾਲ ਜੁੜਿਆ ਹੋਇਆ ਜੀਵ ਮਾਇਆਧਾਰੀ ਰੂਪੀ ਬੁੱਢਾ ਹੋ ਜਾਂਦਾ ਹੈ। ਜਿਹੜੇ ਭਾਈ ਮਾਇਆਧਾਰੀ ਹੋ ਕੇ ਆਤਮਿਕ ਮੌਤੇ ਮਰ ਜਾਂਦੇ ਨੇ, ਇਹ ਜਿਹੜੀ ਮਾਇਆ ਹੈ ਇਹ ਇਹਨਾਂ ਸ਼ੁਭ ਗੁਣਾਂ ਦੀ ਵੈਰਨ ਬਣ ਕੇ ਉਹਨਾਂ ਦੇ ਹਿਰਦੇ ਵਿੱਚੋਂ ਸ਼ੁਭ ਗੁਣਾਂ ਦਾ ਖਾਤਮਾ ਕਰ ਦਿੰਦੀ ਹੈ। ਪੌੜੀ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਪੌੜੀ ਵਿੱਚ ਫਰਮਾਨ ਕਰਦੇ ਹਨ, ਹਰ ਸਾਲਾਹੀ ਸਦਾ ਸਦਾ। ਹਰ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਸਾਲਾਹੀ ਉਸ ਪਰਮਾਤਮਾ ਦੀ ਸਲਾਹ ਕਰੀਏ, ਸਲਾਹੁਤਾ ਕਰੀਏ, ਸਿਫਤ ਸਲਾਹ ਕਰੀਏ। ਕਿੰਨਾ ਚਿਰ? ਸਦਾ ਸਦਾ। ਸਦਾ ਸਦਾ ਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੀਏ। ਸਦਾ ਰੂਪ ਅਕਾਲ ਪੁਰਖ ਵਾਹਿਗੁਰੂ ਜੋ ਅਟਲ ਰੂਪ ਅਚਲ ਰੂਪ ਹੈ, ਉਸ ਪਰਮਾਤਮਾ ਦੀ ਸਦਾ ਸਿਫਤ ਸਲਾਹ ਕਰੀਏ। ਸਦਾ ਸਦਾ ਜਪੀਏ ਪ੍ਰਭ ਨਾਮ। ਹਰ ਵਕਤ ਭਾਈ ਉਸ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜੇ ਰਹੀਏ। ਤਨ ਮਨ ਸੌਪ ਸਰੀਰ। ਆਪਣਾ ਸਰੀਰ, ਆਪਣਾ ਤਨ ਮਨ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸੌਂਪ ਕੇ ਅਰਪਣ ਕਰਕੇ। ਸਰੀਰ ਜਿਹੜਾ ਇਹ ਸਾਡਾ ਸਥੂਲ ਤਨ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ ਬਾਹਰੀ ਸਰੀਰ। ਤਨ ਜਿਹੜਾ ਇਹਦੇ ਅੰਦਰ ਸੂਖਮ ਤਨ ਅੰਤਸ਼ਕਰਣ ਹੈ, ਤੇ ਮਨ ਜਿਹੜੀ ਇਹਦੇ ਅੰਦਰ ਮਨ ਰੂਪੀ ਸ਼ਕਤੀ ਹੈ। ਆਪਣਾ ਸਰੀਰ, ਆਪਣਾ ਮਨ, ਆਪਣਾ ਹਿਰਦਾ, ਇਹ ਸਭ ਕੁਝ ਹੀ ਅਕਾਲ ਪੁਰਖ ਨੂੰ ਸੌਂਪ ਕੇ ਗੁਰੂ ਕੀ ਭੇਟਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹੀਏ। ਗੁਰ ਸ਼ਬਦੀ ਸੱਚ ਪਾਇਆ। ਕਿਉਂਕਿ ਜਿਹੜੇ ਜੀਵ ਗੁਰੂ ਕੇ ਸ਼ਬਦ ਨਾਲ ਜੁੜੇ, ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਨੂੰ ਧਾਰਨ ਕੀਤਾ, ਗੁਰੂ ਕਾ ਸ਼ਬਦ ਭਾਵ ਗੁਰ ਮੰਤਰ ਜਿਨ੍ਹਾਂ ਨੇ ਜਪਿਆ ਹੈ, ਸੱਚ ਪਾਇਆ, ਉਹਨਾਂ ਨੇ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ, ਉਸ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਨਾਮ ਜਪਿਓ ਜਬ ਹੀ ਸੁਖ ਸਾਗਰ, ਚੇਤਨ ਚੀਤ ਉਦੋਤ ਸੋ ਹੋਊ। ਸੁਖ ਸਮੁੰਦਰ ਪਰਮਾਤਮਾ ਦੇ ਨਾਮ ਵਿੱਚ ਜਦੋਂ ਸੁਰਤ ਜੁੜ ਗਈ ਤਾਂ ਚੇਤਨ ਰੂਪ ਚਿੱਤ ਵਿੱਚੋਂ ਹੀ ਪ੍ਰਗਟ ਹੋ ਗਿਆ। ਇਉਂ ਭਾਈ ਗੁਰ ਮੰਤਰ ਦਾ ਜਾਪ ਕਰਨ ਵਾਲਿਆਂ ਨੇ, ਗੁਰੂ ਕੇ ਉਪਦੇਸ਼ ਦੀ ਕਮਾਈ ਕਰਨ ਵਾਲਿਆਂ ਨੇ ਗੁਰੂ ਕੀ ਕਿਰਪਾ ਨਾਲ ਉਸ ਸੱਚ ਸਰੂਪ ਪਰਮਾਤਮਾ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਸੱਚਾ ਗਹਿਰ ਗੰਭੀਰ। ਜੋ ਅਕਾਲ ਪੁਰਖ ਵਾਹਿਗੁਰੂ ਸਦਾ ਸੱਚਾ ਹੈ, ਗਹਿਰ ਨਿਰਹਲ ਰੂਪ ਹੈ, ਡੂੰਘਾ ਹੈ, ਤੇ ਗੰਭੀਰ ਰੂਪ ਹੈ, ਗੰਭੀਰ ਆਸੇ ਵਾਲਾ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਐਸੇ ਗਹਿਰ ਗੰਭੀਰ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਗੁਰਮੁਖਾਂ ਨੇ। ਮਨ ਤਨ ਹਿਰਦੈ ਰਵ ਰਹਿਆ। ਮਨ ਜਿਹੜੇ ਮਨ ਕਰਕੇ ਵੀ, ਤਨ ਸਰੀਰ ਕਰਕੇ ਵੀ, ਹਿਰਦੈ ਅੰਤਸ਼ਕਰਨ ਕਰਕੇ ਵੀ ਰਵ ਰਹਿਆ। ਗੁਰਮੁਖ ਜਨ ਉਚਾਰਨ ਕਰਦਾ ਰਹਿੰਦਾ ਹੈ ਪਰਮਾਤਮਾ ਨੂੰ। ਰਵ ਅੱਖਰ ਦੇ ਦੋ ਅਰਥ ਨੇ। ਰਵ ਦਾ ਅਰਥ ਉਚਾਰਨ ਕਰਨਾ ਵੀ ਹੈ, ਤੇ ਰਵ ਦਾ ਅਰਥ ਮਿਲਣਾ, ਇੱਕਮਿਕ ਹੋਣਾ ਵੀ ਹੈ। ਮਨ ਤਨ ਹਿਰਦੈ ਰਵ ਰਹਿਆ। ਪਰਮਾਤਮਾ ਦਾ ਜਿਹੜਾ ਨਾਮ ਹੈ, ਵਾਹਿਗੁਰੂ ਕਾ ਨਾਮੀ ਸਰੂਪ ਹੈ, ਉਹ ਗੁਰਮੁਖਾਂ ਦੇ ਮਨ ਤਨ ਔਰ ਹਿਰਦੇ ਵਿੱਚ ਰਵਿਆ ਰਹਿੰਦਾ, ਮਿਲਿਆ ਰਹਿੰਦਾ, ਇੱਕਮਿਕ ਹੋਇਆ ਰਹਿੰਦਾ। ਗੁਰਮੁਖਾਂ ਦਾ ਜਿਹੜਾ ਮਨ ਹੈ ਨਾ, ਉਹ ਵੀ, ਉਹਨਾਂ ਦਾ ਤਨ ਵੀ ਤੇ ਉਹਨਾਂ ਦਾ ਹਿਰਦਾ ਵੀ ਰਵ ਰਹਿਆ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਰਹਿੰਦਾ ਹੈ। ਹਰ ਹੀਰਾ ਹੀਰ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਹੀਰਿਆਂ ਵਿੱਚੋਂ ਅਮੋਲਕ ਹੀਰਾ ਹੈ। ਪਰਮਾਤਮਾ ਦੇ ਪੈਦਾ ਕੀਤੇ ਹੋਏ ਹੀਰੇ ਕਿੰਨੇ ਕਿੰਨੇ ਕੀਮਤੀ ਹੁੰਦੇ ਨੇ। ਇੱਕ ਇੱਕ ਹੀਰਾ ਜਿਹੜਾ ਲੱਖਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਵਿੱਚ ਵਿਕ ਜਾਂਦਾ ਹੈ, ਪਰ ਹੀਰਿਆਂ ਦਾ ਵੀ ਹੀਰਾ ਰੂਪ ਅਕਾਲ ਪੁਰਖ ਵਾਹਿਗੁਰੂ। ਲੱਖਾਂ ਕਰੋੜਾਂ ਅਰਬਾਂ ਖਰਬਾਂ ਹੀਰਿਆਂ ਨੂੰ ਪੈਦਾ ਕਰਨ ਵਾਲਾ, ਉਹਨਾਂ ਨਾਲੋਂ ਵੀ ਕੀਮਤੀ ਹੀਰਾ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ,
ਉਹ ਗੁਰਮੁਖਾਂ ਦੇ ਮਨ ਤਨ ਹਿਰਦੇ ਵਿੱਚ ਰਵ ਰਿਹਾ, ਇੱਕ ਮਿਕ ਹੋ ਰਿਹਾ, ਮਿਲ ਰਿਹਾ ਹੈ। ਜਨਮ ਮਰਨ ਕਾ ਦੁਖ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਸਿਮਰਨ ਰੂਪ ਯਾਦ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਵਸ ਗਿਆ, ਉਹਨਾਂ ਦਾ ਜਨਮ ਅਤੇ ਮਰਨ ਦਾ ਜਿਹੜਾ ਦੁੱਖ ਸੀ ਇਹ ਖਤਮ ਹੋ ਗਿਆ, ਮਿਟ ਗਿਆ, ਨਾਸ ਹੋ ਗਿਆ। ਨਾ ਤਾਂ ਉਹ ਵਾਰ-ਵਾਰ ਜਨਮ ਲੈ ਕੇ ਆਉਂਦੇ ਨੇ ਤੇ ਨਾ ਮਰ ਕੇ ਜਾਂਦੇ ਨੇ। ਵੈਸੇ ਕੁੱਲ ਜਗਤ ਦੀ ਇਹ ਹਾਲਤ ਹੈ ਸਿਮਰਨ ਤੋਂ ਬਿਨਾਂ ਕਿ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਉਂ ਆਪਾਂ ਆਵਾ ਗਾਉਣ ਦੇ ਚੱਕਰ ਵਿੱਚ ਪਏ ਰਹਿੰਦੇ ਆ। ਪਰ ਜਿਨ੍ਹਾਂ ਦਾ ਮਨ ਸਿਮਰਨ ਵਿੱਚ ਜੁੜਿਆ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸ ਗਿਆ, ਇਹ ਵੱਡਾ ਦੁੱਖ ਹੈ ਜਿਹੜਾ ਜਨਮ ਦਾ ਵੀ ਤੇ ਮਰਨ ਦਾ ਵੀ। ਜਨਮ ਲੈਣ ਵੇਲੇ ਵੀ ਜੀਵ ਨੂੰ ਬੜਾ ਦੁੱਖ ਭੋਗਣਾ ਪੈਂਦਾ ਹੈ। ਜਨਮ ਲੈਣ ਤੋਂ ਪਹਿਲਾਂ ਔਖੀ ਤੰਗ ਜਗ੍ਹਾ ਵਿੱਚ ਵਸਣਾ, ਮੁਖ ਤਲੈ ਪੈਰ ਉੱਪਰੇ ਵਸੰਦੋ ਕੋਹਥੜੈ ਥਾਏ। ਤੇ ਫਿਰ ਜਨਮ ਲੈਣ ਵੇਲੇ ਦੀਆਂ ਦਰਦਾਂ, ਉਹ ਵੀ ਬੜਾ ਵੱਡਾ ਦੁੱਖ ਹੈ। ਮਰਨ ਵੇਲੇ ਦਾ ਵੀ ਦੁੱਖ ਬਹੁਤ ਵੱਡਾ ਹੈ, ਜਦੋਂ ਜਿੰਦ ਨਿਮਾਣੀ ਕੱਢਿਆ ਹੱਡਾਂ ਕੂ ਕੜਕਾਏ। ਹੱਡਾਂ ਨੂੰ ਕੜਕਾ ਕੇ ਭਾਵ ਕੇ ਤੜਪਾ ਕੇ ਬੜੀ ਬੇਤਰਸੀ ਦੇ ਨਾਲ ਮੌਤ ਦੇ ਫਰਿਸ਼ਤੇ ਜੀਵ ਆਤਮਾ ਨੂੰ ਸਰੀਰ ਤੋਂ ਵੱਖ ਕਰਦੇ ਨੇ, ਉਹ ਵੀ ਦੁੱਖ ਵੱਡਾ ਹੈ। ਇਉਂ ਵਾਰ-ਵਾਰ ਜੰਮਣਾ, ਵਾਰ-ਵਾਰ ਮਰਨਾ, ਇਹ ਦੁੱਖ ਨਾਸ ਹੋ ਗਿਆ, ਖਤਮ ਹੋ ਗਿਆ ਗੁਰੂ ਕੀ ਕਿਰਪਾ ਨਾਲ। ਫਿਰ ਪਵੈ ਨਾ ਫੀਰ, ਫੀਰ ਤੋਂ ਭਾਵ ਹੈ ਫੇਰਾ, ਗੇੜਾ। ਫਿਰ ਪਵੈ ਨਾ ਫੀਰ, ਉਹਨਾਂ ਗੁਰਮੁਖਾਂ ਦਾ ਫਿਰ ਜਨਮ ਮਰਨ ਦੇ ਚੱਕਰ ਵਿੱਚ, ਕਾਲ ਚੱਕਰ ਵਿੱਚ ਆ ਕੇ ਸੰਸਾਰ ਸਾਗਰ ਤੇ ਆਵਾ ਗਾਉਣ ਦੇ ਚੱਕਰ ਵਿੱਚ ਫੇਰਾ ਨਹੀਂ ਪੈਂਦਾ। ਨਾਨਕ ਨਾਮ ਸਲਾਹੇ ਤੂੰ, ਇਸ ਲਈ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਦੇ ਨੇ, ਨਾਮ ਸਲਾਹੇ ਤੂੰ। ਐ ਗੁਰਸਿੱਖ ਪਿਆਰੇ, ਐ ਜੀਵ, ਐ ਮਨੁੱਖ, ਤੂੰ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰ, ਵਾਹਿਗੁਰੂ ਦਾ ਨਾਮ ਜਪਣਾ ਕਰ। ਹਰ ਗੁਣੀ ਗਹੀਰ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਗੁਣੀ ਗਹੀਰ, ਗੁਣਾਂ ਦਾ ਗਹੀਰ ਭੰਡਾਰ ਹੈ, ਗਹੀਰ ਖਜ਼ਾਨਾ ਹੈ ਗੁਣਾਂ ਦਾ ਅਕਾਲ ਪੁਰਖ ਵਾਹਿਗੁਰੂ। ਭਾਈ ਜੇ ਨਾਮ ਜਪੇਗਾ ਤਾਂ ਉਸ ਵਾਹਿਗੁਰੂ ਵਾਲੇ ਗੁਣ ਉਸ ਵਾਹਿਗੁਰੂ ਦੇ ਦਰ ਤੋਂ ਤੈਨੂੰ ਵੀ ਪ੍ਰਾਪਤ ਹੋਣਗੇ। ਸੋ ਇਹ ਸਿੱਖਿਆ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਬਖਸ਼ਿਸ਼ ਕੀਤੇ ਪਾਵਨ ਸ੍ਰੀ ਮੁਖਵਾਕ ਵਿੱਚ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਇਸ ਅਸਥਾਨ ਤੇ ਚੱਲਦੀ ਹੈ, ਸਾਧ ਸੰਗਤ ਜੀ ਪਿਛਲੇ ਦਿਨਾਂ ਤੋਂ ਰਾਮਕਲੀ ਸੱਦ ਦੀ ਕਥਾ ਆਰੰਭ ਹੋਈ ਹੈ। ਰਾਮਕਲੀ ਆਨੰਦ ਸਾਹਿਬ ਜੀ ਦਾ ਜੋ ਪਾਠ ਹੈ, ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸੱਦ ਬਾਣੀ ਜਿਹੜੀ ਹੈ ਇਹ ਸੁਭਾਏਮਾਨ ਹੈ। ਤੇ ਪਿਛਲੇ ਦਿਨੇ ਵੀ ਸੰਗਤਾਂ ਨੇ ਸਰਵਣ ਕੀਤਾ। ਇਹ ਸੱਦ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਦਾ ਜਿਹੜਾ ਉਪਦੇਸ਼ ਹੈ, ਉਸ ਉਪਦੇਸ਼ ਦੀ ਵਿਆਖਿਆ ਜਿਹੜੀ ਹੈ ਸੱਦ ਵਿੱਚ ਕੀਤੀ ਗਈ ਹੈ। ਧੰਨ ਬਾਬਾ ਸੁੰਦਰ ਜੀ ਜੋ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੜਪੋਤਰੇ ਹੋਏ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਛੋਟੇ ਸੁਪੁੱਤਰ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ, ਜਿਨ੍ਹਾਂ ਦੇ ਪ੍ਰਥਾਏ ਆਨੰਦ ਸਾਹਿਬ ਉਚਾਰਨ ਹੋਇਆ। ਤੇ ਆਨੰਦ ਜੀ ਕੇ ਪੁੱਤਰ ਸਾਧ ਸੰਗਤ ਜੀ ਅੱਗੇ ਇਹ ਬਾਬਾ ਸੁੰਦਰ ਜੀ ਹੋਏ ਨੇ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਗਏ ਸਨ ਗੁਰਤਾ ਗੱਦੀ ਤੇ ਸੁਭਾਏਮਾਨ ਹੋਣ ਉਪਰੰਤ। ਤੇ ਪਰਿਵਾਰ ਦੇ ਕੋਲੋਂ, ਕਿਉਂਕਿ ਆਪ ਜੀ ਦਾ ਉਹ ਨਾਨਕਾ ਪਰਿਵਾਰ ਹੈ, ਪਰਿਵਾਰ ਦੇ ਕੋਲੋਂ ਆਪ ਜੀ ਨੇ ਸਤਿਗੁਰੂ ਅਮਰਦਾਸ ਸਾਹਿਬ ਜੀ ਕੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਪੁੱਛਿਆ ਸੀ। ਉਦੋਂ ਬਾਬਾ ਸੁੰਦਰ ਜੀ ਨੇ ਇਹ ਸਾਰਾ ਪ੍ਰਸੰਗ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੰਗਤਾਂ ਦੇ ਵਿੱਚ ਸੁਣਾਇਆ ਸੀ। ਔਰ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਸੁੰਦਰ ਜੀ ਦੇ ਸੁਣਾਏ ਹੋਏ ਪ੍ਰਸੰਗ ਨੂੰ ਗੁਰਬਾਣੀ ਦੇ ਵਿੱਚ ਗੁੰਥਨ ਕੀਤਾ ਹੈ। ਸੁੰਦਰ ਇਹ ਬਾਣੀ ਸੱਦ ਰੂਪ ਦੇ ਵਿੱਚ, ਸੱਦ ਦਾ ਅਰਥ ਸੱਦਾ ਵੀ ਹੈ, ਧੁਰੋਂ ਆਇਆ ਹੋਇਆ ਸੱਦਾ। ਤੇ ਸੱਦ ਦਾ ਅਰਥ ਇੱਕ ਵੈਰਾਗਮਈ ਉੱਚੀ ਲੰਮੀ ਹੇਕ ਵਿੱਚ ਗਾਏ ਜਾਣ ਵਾਲੇ ਗੀਤ ਨੂੰ ਵੀ ਸੱਦ ਕਿਹਾ ਜਾਂਦਾ ਹੈ। ਸੋ ਇਹ ਵੈਰਾਗਮਈ ਸੱਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਜੋਤੀ ਜੋਤ ਸਮਾਉਣ ਤੋਂ ਐਨ ਪਹਿਲਾਂ ਜੋ ਪ੍ਰਾਪਤ ਹੋਇਆ ਹੈ। ਸੋ ਗੁਰੂ ਕੀ ਕਿਰਪਾ ਦੇ ਨਾਲ ਸੰਗਤਾਂ ਨੇ ਪਿਛਲੇ ਦਿਨਾਂ ਤੋਂ 3 ਪੌੜੀਆਂ ਦੀ ਵਿਆਖਿਆ ਜਿਹੜੀ ਹੈ ਸਰਵਣ ਕੀਤੀ ਹੈ।
ਅੱਗੇ ਚੌਥੀ ਪੌੜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਤਿਗੁਰ ਭਾਣਾ ਆਪਣਾ। ਬਾਬਾ ਸੁੰਦਰ ਜੀ ਦੱਸ ਰਹੇ ਨੇ ਇਹ ਵਾਰਤਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਸਤਿਗੁਰ ਭਾਣਾ ਆਪਣਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਭਾਣੇ ਵਿੱਚ, ਆਪਣੀ ਰਜ਼ਾ ਵਿੱਚ, ਆਪਣੀ ਮੌਜ, ਆਪਣੇ ਆਨੰਦ ਦੇ ਵਿੱਚ ਬਹਿ ਪਰਵਾਰ ਸਦਾਇਆ। ਗੁਰਤਾ ਦੇ ਤਖਤ ਉੱਪਰ ਸੁੰਦਰ ਅਸਥਾਨ ਤੇ ਬੈਠ ਕੇ ਪਰਿਵਾਰ ਸਦਾਇਆ। ਸਾਰੇ ਪਰਿਵਾਰ ਨੂੰ ਸੱਦ ਲਿਆ ਆਪਣੇ ਕੋਲ। ਸਮੂਹ ਪਰਿਵਾਰ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਅੱਗੋਂ ਉਹਨਾਂ ਦੀ ਸੰਤਾਨ। ਸੋ ਇਸੇ ਪ੍ਰਕਾਰ ਹੋਰ ਸਾਰਾ ਜਿਹੜਾ ਆਰ ਪਰਿਵਾਰ ਹੈ, ਭੱਲਿਆਂ ਦੀ ਸਾਰੀ ਕੁਲ ਹੈ। ਤੇ ਕੇਵਲ ਇਹ ਬਿੰਦੀ ਪਰਿਵਾਰ ਹੀ ਨਹੀਂ ਬਲਕਿ ਨਾਦੀ ਪਰਿਵਾਰ ਵੀ। ਗੁਰੂ ਕੇ ਸਿੱਖ, ਗੁਰੂ ਕੇ ਪ੍ਰੇਮੀ, ਉਹ ਗੁਰੂ ਕੇ ਪਿਆਰੇ ਸਾਰੇ ਪਰਿਵਾਰ ਨੂੰ ਸੱਦ ਕੇ ਆਪਣੇ ਕੋਲ ਬਿਠਾਇਆ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ। ਮਤ ਮੈਂ ਪਿੱਛੇ ਕੋਈ ਰੋਵਸੀ। ਤੇ ਬਚਨ ਕੀ ਕੀਤਾ ਕਿ ਗੁਰਸਿੱਖ ਪਿਆਰਿਓ, ਐ ਪਰਿਵਾਰ ਜਨੋ, ਪੁੱਤਰੋ ਪੋਤਰਿਓ, ਸਾਡਾ ਹੁਣ ਅਕਾਲ ਚਲਾਣਾ ਹੈ। ਅਸੀਂ ਜੋਤੀ ਜੋਤ ਸਮਾਉਣਾ ਹੈ। ਕਿਉਂਕਿ ਉੱਪਰ ਬਚਨ ਆਏ ਨੇ ਨਾ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਹਕਾਰਾ ਆ ਗਿਆ, ਸੱਦਾ ਆ ਗਿਆ ਹੈ ਵਾਹਿਗੁਰੂ ਦੇ ਦਰ ਤੋਂ। ਕੈਸਾ ਸੱਦਾ ਆਇਆ ਜੀ? ਚੱਲਣ ਵਾਰਾ। ਸਰੀਰਕ ਰੂਪ ਦਾ ਤਿਆਗ ਕਰਕੇ ਚੱਲਣ ਵਾਲਾ ਸੱਦਾ ਆ ਗਿਆ ਹੈ। ਜੋਤੀ ਜੋਤ ਸਮਾਉਣ ਦਾ ਸੱਦਾ ਆ ਗਿਆ ਹੈ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਅਸੀਂ ਹੁਣ ਚਾਲੇ ਪਾਵਾਂਗੇ, ਮਤ ਮੈਂ ਪਿੱਛੇ ਕੋਈ ਰੋਵ ਸੀ। ਭਾਈ ਸਾਡੀ ਇਹ ਹਦਾਇਤ ਹੈ ਕਿ ਸਾਡੇ ਪਿੱਛੋਂ ਮਤਾਂ ਕੋਈ ਰੋਵੇ। ਜਿਵੇਂ ਸੰਸਾਰ ਮੋਹ ਦਾ ਗਰਸਿਆ ਹੈ ਨਾ, ਜਦੋਂ ਪਰਿਵਾਰ ਦੇ ਵਿੱਚੋਂ, ਰਿਸ਼ਤੇਦਾਰੀ ਵਿੱਚੋਂ, ਆਪਣੇ ਜਾਣੂਆਂ ਵਿੱਚੋਂ ਕੋਈ ਜੀਵ ਚਲਾਣਾ ਕਰ ਜਾਂਦਾ ਹੈ ਤਾਂ ਉਹਦੇ ਵਿਜੋਗ ਵਿੱਚ ਮੋਹ ਦੇ ਗਰਸੇ ਹੋਏ ਜੀਵ ਰੋਂਦੇ ਨੇ। ਆਪਾਂ ਰੋਂਦੇ ਆ, ਕਰਲਾਉਂਦੇ ਆ, ਪਿੱਟਦੇ ਆ। ਪਰ ਧੰਨ ਸਤਿਗੁਰੂ ਅਮਰਦਾਸ ਜੀ ਇਹ ਹਦਾਇਤ ਕਰ ਰਹੇ ਨੇ ਕਿ ਸਾਡੇ ਜੋਤੀ ਜੋਤ ਸਮਾ ਜਾਣ ਤੋਂ ਪਿੱਛੋਂ, ਮਤ ਮੈਂ ਪਿੱਛੇ ਕੋਈ ਰੋਵ ਸੀ। ਭਾਈ ਮੇਰੇ ਜਾਣ ਪਿੱਛੋਂ, ਜੋਤੀ ਜੋਤ ਸਮਾਉਣ ਪਿੱਛੋਂ ਕੋਈ ਵੀ ਨਾ ਰੋਵੇ। ਕਿਸੇ ਨੇ ਰੋਣਾ ਨਹੀਂ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਆਪਣਾ ਮੰਨਣਾ ਹੈ। ਵਾਹਿਗੁਰੂ ਦੇ ਭਾਣੇ ਵਿੱਚ ਹੀ ਇਹ ਸਰੀਰ ਸੰਸਾਰ ਵਿੱਚ ਆਉਂਦੇ ਨੇ। ਵਾਹਿਗੁਰੂ ਦੇ ਭਾਣੇ ਵਿੱਚ ਹੀ ਇਹਨਾਂ ਸਰੀਰਾਂ ਦਾ ਤਿਆਗ ਕਰਕੇ ਜੀਵ ਆਤਮਾ ਅਗਾਂਹ ਨੂੰ ਚਾਲੇ ਪਾਉਂਦੀ ਹੈ। ਕੱਲੇ ਆਵਹਿ ਨਾਨਕਾ, ਸੱਦੇ ਉੱਠੀ ਜਾਹੇ। ਪਰਮਾਤਮਾ ਦੇ ਕੱਲੇ ਭੇਜੇ ਹੋਏ ਜੀਵ ਆਉਂਦੇ ਨੇ ਸੰਸਾਰ ਦੇ ਵਿੱਚ, ਤੇ ਜਿਸ ਨੇ ਭੇਜਿਆ ਉਹਨੇ ਹੀ ਵਾਪਸ ਬੁਲਾ ਲਿਆ ਕਿ ਭਾਈ ਜਿੰਨੇ ਸਮੇਂ ਲਈ ਭੇਜਿਆ ਸੀ ਸਮਾਂ ਪੂਰਾ ਹੋਇਆ, ਆਓ ਹੁਣ ਵਾਪਸ ਆ ਜਾਓ। ਤਾਂ ਰੋਣਾ ਕਿਹੜੀ ਗੱਲ ਦਾ? ਮਤ ਮੈਂ ਪਿੱਛੇ ਕੋਈ ਰੋਵ ਸੀ। ਵਾਹਿਗੁਰੂ ਕੀ ਰਜ਼ਾ ਵਿੱਚ ਰਾਜੀ ਰਹਿਣਾ। ਸਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ। ਸੋ ਮੈਂ ਮੂਲ ਨਾ ਪਾਇਆ। ਭਾਈ ਉਹ ਜਿਹੜਾ ਰੋਣਾ ਪਿੱਟਣਾ ਹੈ ਨਾ, ਸੋ ਮੈਂ ਮੂਲ ਨਾ ਪਾਇਆ। ਉਹ ਮੈਨੂੰ ਮੂਲੋਂ ਹੀ ਭਾਇਆ ਨਹੀਂ, ਮੂਲੋਂ ਹੀ ਚੰਗਾ ਨਹੀਂ ਲੱਗਦਾ। ਜਿਹੜਾ ਕਿਸੇ ਦੇ ਚਲਾਣਾ ਕਰ ਜਾਣ ਤੋਂ ਪਿੱਛੋਂ ਰੋਣਾ ਪਿੱਟਣਾ ਹੈ, ਇਹ ਨਹੀਂ ਚੰਗਾ ਲੱਗਦਾ। ਕਿਉਂਕਿ ਹੋਈ ਤਾਂ ਵਾਹਿਗੁਰੂ ਦੀ ਆਗਿਆ ਹੀ ਹੈ ਨਾ, ਰਜ਼ਾ ਹੀ ਹੈ ਨਾ। ਮਹਾਰਾਜ ਦੇ ਪਾਵਨ ਬਚਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ। ਸੋ ਅਲਾਣੀਆਂ ਬਾਣੀ ਦੇ ਵਿੱਚ ਵੀ ਐਸੇ ਬਚਨ ਆਉਂਦੇ ਨੇ। ਸਾਹਿਬ ਸੰਭਾਲਿਹ ਪੰਥ ਨਿਹਾਲਿਹ, ਅਸਾ ਪੇ ਉਥਿਆ ਜਾਣਾ, ਜਿਸ ਕਾ ਕੀਆ ਤਿਨਹੀ ਲੀਆ, ਹੋਆ ਤਿਸੈ ਕਾ ਭਾਣਾ। ਜਿਸ ਨੇ ਪੈਦਾ ਕੀਤਾ ਸੀ ਉਹਨੇ ਵਾਪਸ ਲੈ ਲਿਆ। ਜਿਨਨੇ ਸਰੀਰ ਬਖਸ਼ਿਆ ਸੀ ਤੇ ਸਰੀਰ ਵਿੱਚ ਜਿੰਦ ਆਤਮਾ ਪਾ ਕੇ ਜ਼ਿੰਦਗੀ ਬਖਸ਼ੀ ਸੀ, ਉਹਨੇ ਜੀਵ ਆਤਮਾ ਨੂੰ ਵਾਪਸ ਬੁਲਾ ਲਿਆ। ਸੋ ਇਸ ਪ੍ਰਕਾਰ ਗੁਰਮੁਖਾਂ ਨੂੰ ਸਤਿਗੁਰੂ ਜੀ ਨੇ ਇਹ ਅਵਸਥਾ ਬਖਸ਼ੀ ਹੈ ਕਿ ਆਏ ਦੀ ਖੁਸ਼ੀ ਨਹੀਂ, ਗਏ ਦਾ ਗਮ ਨਹੀਂ। ਜੰਮਣ ਮਰਨ ਇੱਕੋ ਜਿਹੀ ਅਵਸਥਾ ਦੇ ਵਿੱਚ ਰਹਿਣਾ। ਸੋ ਹਜੂਰ ਫਰਮਾਉਂਦੇ ਨੇ ਕਿ ਰੋਣਾ ਸਾਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਰਹਿਤਨਾਮਿਆਂ ਦੇ ਵਿੱਚ ਵੀ ਗੁਰੂ ਕੇ ਇਹ ਬਚਨ ਆਉਂਦੇ ਨੇ, ਮਰੇ ਸਿੱਖ ਤੇ ਕਰੇ ਕੜਾ, ਤਿਸ ਕੁਟੰਬ ਰੁਦਨਾ ਬਹੁ ਨਾ। ਜਦੋਂ ਪ੍ਰਾਣੀ ਚੜ੍ਹਾਈ ਕਰ ਜਾਵੇ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੇ, ਸੰਸਕਾਰ ਉਪਰੰਤ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਅਲਾਣੀਆਂ ਦਾ ਪਾਠ ਕਰੇ, ਸੁਣੇ, ਕੜਾ ਪ੍ਰਸ਼ਾਦ ਵਰਤਾਵੇ, ਕੁਟੰਬ ਪਰਿਵਾਰ ਜਿਹੜਾ ਉਹ ਰੋਵੇ ਨਾ, ਬਲਕਿ ਬਾਣੀ ਪੜ੍ਹੇ, ਸਿਮਰਨ ਕਰੇ, ਜਿਹਦੇ ਨਾਲ ਮ੍ਰਿਤਕ ਪ੍ਰਾਣੀ ਦਾ ਵੀ ਭਲਾ ਹੋਵੇਗਾ, ਜਿਹਦੇ ਨਾਲ ਆਪਣਾ ਵੀ ਭਲਾ ਹੋਵੇਗਾ। ਸੋ ਮਹਾਰਾਜ ਫਰਮਾਨ ਕਰਦੇ ਨੇ, ਮੇਰੇ ਪਿੱਛੋਂ ਕੋਈ ਰੋਵੇ ਨਾ। ਭਾਈ ਉਹ ਮੈਨੂੰ ਮੂਲੋਂ ਹੀ ਚੰਗਾ ਨਹੀਂ ਲੱਗਦਾ ਜਿਹੜਾ ਕੋਈ ਰੋਣਾ ਪਿੱਟਣਾ ਹੈ। ਮਿਤ ਪੈਜਾ ਮਿਤ ਬਿਗਸਾ। ਤੇ ਹਜ਼ੂਰ ਬਚਨ ਕਰਦੇ ਨੇ ਕਿ ਜਰਾ ਖਿਆਲ ਕਰਕੇ ਤਾਂ ਦੇਖੋ। ਪਰਿਵਾਰ ਦੀ ਬੇਨਤੀ ਕਿ ਮਹਾਰਾਜ ਰੋਣਾ ਆ ਹੀ ਜਾਂਦਾ ਹੈ ਨਾ,
ਦੁੱਖ ਤਾਂ ਹੁੰਦਾ ਹੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਦੁੱਖ ਵਾਲੀ ਗੱਲ ਨਹੀਂ। ਮਿੱਤ ਪਹਿਜੈ, ਕਿਸੇ ਦੇ ਮਿੱਤਰ ਨੂੰ ਪਹਿਜੈ ਪਹਿਨਾਇਆ ਜਾਵੇ, ਭਾਵ ਵਡਿਆਈ ਮਿਲੇ ਸਰਕਾਰੇ ਦਰਬਾਰੇ ਤੋਂ, ਤਾਂ ਮਿੱਤ ਬਿਗਸੈ। ਉਹਦਾ ਜਿਹੜਾ ਮਿੱਤਰ ਹੈ ਉਹ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਹੈ। ਜਿਸ ਮਿੱਤ ਕੀ ਪੈਜ ਭਾਵੈ, ਜਿਸ ਮਿੱਤਰ ਨੂੰ ਆਪਣੇ ਮਿੱਤਰ ਦੀ ਪੈਜ ਭਾਉਂਦੀ ਹੈ, ਜਿਹਨੂੰ ਇੱਜ਼ਤ ਚੰਗੀ ਲੱਗਦੀ ਹੈ। ਇੱਕ ਸੱਚਾ ਮਿੱਤਰ ਉਹ ਜਿਹਨੂੰ ਆਪਣੇ ਮਿੱਤਰ ਦੀ ਵਡਿਆਈ ਹੁੰਦੀ ਵੇਖ ਕੇ ਖੁਸ਼ੀ ਪ੍ਰਾਪਤ ਹੋਵੇ, ਜਿਹੜਾ ਜਿਹਨੂੰ ਭਾਉਂਦੀ ਹੋਵੇ, ਚੰਗੀ ਲੱਗਦੀ ਹੋਵੇ ਆਪਣੇ ਮਿੱਤਰ ਦੀ ਵਡਿਆਈ, ਉਹ ਮਿੱਤਰ ਜਿਹੜਾ ਆਪਣੇ ਮਿੱਤਰ ਨੂੰ ਵਡਿਆਈ ਮਿਲਣ ਤੋਂ ਖੁਸ਼ ਹੁੰਦਾ ਹੈ। ਸਾਡਾ ਕੋਈ ਐਸਾ ਨਜ਼ਦੀਕੀ ਸੱਜਣ ਮਿੱਤਰ ਹੈ ਜਿਹਦੇ ਨਾਲ ਸਾਡੀ ਅੰਦਰੋਂ ਦਿਲੋਂ ਸਾਂਝ ਹੈ, ਉਹਨੂੰ ਕਿਤੇ ਉੱਚਾ ਮਰਾਤਬਾ ਮਿਲੇ, ਉਹਨੂੰ ਕਿਤੋਂ ਬਖਸ਼ਿਸ਼ ਮਿਲ ਜਾਵੇ, ਵਡਿਆਈ ਮਿਲ ਜਾਵੇ, ਤਾਂ ਸਾਡੇ ਮਨ ਨੂੰ ਖੁਸ਼ੀ ਹੋਵੇਗੀ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਇਸ ਲਈ ਐ ਮੇਰੇ ਪੁੱਤਰੋ, ਐ ਭਰਾਵੋ, ਐ ਭਰਾਵਤ ਪੁੱਤਰਾਵਤ ਗੁਰਸਿੱਖ ਪਿਆਰਿਓ, ਜਰਾ ਇਸ ਗੱਲ ਦੀ ਤੁਸੀਂ ਵਿਚਾਰ ਕਰਕੇ ਤਾਂ ਵੇਖੋ। ਹਰ ਸਤਿਗੁਰੂ ਪੈ ਨਾਵੈ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੋ ਹੈ ਪਰਮਾਤਮਾ ਸਰਬ ਵਿਆਪਕ, ਸਤਿਗੁਰੂ ਪੈ ਨਾਵੈ। ਸੱਚੇ ਗੁਰੂ ਭਾਵ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਉਹ ਸਾਨੂੰ ਪਹਿਨਾਵੇ, ਮਾਣ ਬਖਸ਼ ਰਿਹਾ, ਵਡਿਆਈ ਬਖਸ਼ ਰਿਹਾ। ਸਾਡੇ ਸਰੀਰਕ ਰੂਪ ਨੂੰ ਪਾਸੇ ਕਰਕੇ ਸਾਡੇ ਆਤਮਿਕ ਰੂਪ ਨੂੰ ਆਪਣੇ ਵਿੱਚ ਉਹ ਅਭੇਦ ਕਰ ਰਿਹਾ। ਸਾਧ ਸੰਗਤ ਜੀ, ਅਭੇਦਤਾ ਤਾਂ ਭਾਵੇਂ ਪਹਿਲਾਂ ਹੀ ਹੈ, ਪਰ ਜਿਵੇਂ ਘਟਾ ਆਕਾਸ਼ ਤੇ ਮਟਾ ਆਕਾਸ਼ ਦੀ ਉਪਾਧੀ ਹੁੰਦੀ ਹੈ, ਇਉਂ ਜਾਣੀਏ ਇੱਕ ਪਾਣੀ ਦਾ ਭਰਿਆ ਹੋਇਆ ਘੜਾ ਹੈ, ਉਸ ਘੜੇ ਵਿੱਚ ਪਾਣੀ ਦੀ ਭਰੀ ਕਟੋਰੀ ਆਪਾਂ ਰੱਖ ਦਿੱਤੀ। ਪਾਣੀ ਉਦੋਂ ਵੀ ਪਾਣੀ ਰੂਪ ਹੈ, ਪਰ ਉਹਦੇ ਵਿੱਚ ਜਿਹੜੀ ਇੱਕ ਕਟੋਰੀ ਹੈ ਨਾ, ਉਹ ਵਖਰੇਵਾ ਦਿਸ ਰਿਹਾ ਹੈ। ਪਾਣੀ ਤਾਂ ਪਾਣੀ ਰੂਪ ਹੀ ਹੈ। ਸਰੀਰ ਕਟੋਰੀ ਰੂਪ ਸਮਝ ਲਈਏ, ਸ਼ੁੱਧ ਬ੍ਰਹਮ ਜਿਹੜਾ ਹੈ ਉਹ ਘੜਾ ਰੂਪ ਸਮਝ ਲਈਏ, ਇਹਦੇ ਵਿੱਚ ਜਿਹੜੀ ਜੋਤ ਹੈ ਉਹ ਪਾਣੀ ਸਮਝ ਲਈਏ। ਪਾਣੀ ਤਾਂ ਪਾਣੀ ਨਾਲ ਮਿਲਿਆ, ਜੋਤ ਤਾਂ ਜੋਤ ਨਾਲ ਮਿਲੀ ਹੋਈ ਹੈ, ਪਰ ਸਰੀਰ ਦੀ ਜਿਹੜੀ ਉਪਾਧੀ ਹੈ ਉਹ ਵਿੱਚ ਇੱਕ ਛੋਟਾ ਜਿਹਾ ਦਿਸਣ ਵਾਲਾ ਵਖਰੇਵਾ ਜ਼ਰੂਰ ਹੈ, ਅਸਲ ਵਿੱਚ ਨਹੀਂ। ਜਦੋਂ ਉਹ ਵਖਰੇਵਾ ਵੀ ਦੂਰ ਹੋ ਜਾਵੇ ਤਾਂ ਪਾਣੀ ਇੱਕ ਹੋ ਗਿਆ। ਇਉਂ ਪ੍ਰਮਾਤਮਾ ਸਾਨੂੰ ਪਹਿਨਾ ਰਿਹਾ, ਵਡਿਆਈ ਬਖਸ਼ਿਸ਼ ਕਰ ਰਿਹਾ ਹੈ। ਭਾਈ ਸਾਡਾ ਨੁਕਸਾਨ ਤਾਂ ਨਹੀਂ ਨਾ ਹੋ ਰਿਹਾ, ਇਸ ਲਈ ਪ੍ਰਮਾਤਮਾ ਸਾਨੂੰ ਪਹਿਨਾ ਰਿਹਾ ਹੈ, ਵਡਿਆਈ ਬਖਸ਼ ਰਿਹਾ ਹੈ, ਆਪਣੇ ਵਿੱਚ ਇੱਕ ਮਿਕ ਅਭੇਦ ਕਰ ਰਿਹਾ ਹੈ, ਸਾਰੀ ਇਹ ਘਟਾ ਆਕਾਸ਼ ਦੀ ਉਪਾਧੀ ਮੇਟ ਕੇ ਵੀ। ਇਸ ਲਈ ਇਹ ਤਾਂ ਪ੍ਰਸੰਨ ਹੋਣ ਦਾ ਸਬਬ ਹੈ, ਰੋਣ ਦਾ ਨਹੀਂ। ਸਤਿਗੁਰੂ ਪ੍ਰਤੱਖ ਹੋਦਾ, ਇਉਂ ਕਹਿ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਤੱਖ ਆਪਣੇ ਪਾਵਨ ਸਰੀਰ ਦੇ ਕਾਇਮ ਹੁੰਦਿਆਂ, ਸਰੀਰ ਵਿੱਚ ਜੋਤ ਸਥਿਤ ਹੁੰਦਿਆਂ ਹੋਇਆਂ ਹੀ ਮਹਾਰਾਜ ਆਪ ਟਿਕਾਇਆ, ਆਪ ਹੀ ਆਪਣੇ ਅਗਲੇ ਸਰੂਪ ਨੂੰ ਗੁਰਤਾ ਗੱਦੀ ਦੇ ਰਾਜ ਤੇ ਬਿਠਾ ਕੇ ਟਿਕਾ ਦਿੱਤਾ ਹੈ। ਸਭ ਸਿੱਖ ਬੰਦਪ ਪੁੱਤ ਭਾਈ, ਸਾਰੇ ਸਿੱਖ, ਸਾਰੇ ਰਿਸ਼ਤੇਦਾਰ, ਸਾਰੇ ਪੁੱਤਰ ਤੇ ਭਰਾ ਇਤਿਆਦਿਕ ਜਿੰਨੇ ਵੀ ਨੇ ਰਾਮਦਾਸ ਪੈਰੀ ਪਾਇਆ। ਧੰਨ ਸਤਿਗੁਰੂ ਅਮਰਦਾਸ ਜੀ ਨੇ ਸਭਨਾਂ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਣੀ ਪਾ ਦਿੱਤਾ ਹੈ। ਆਪ ਆਪਣੇ ਸਰੀਰ ਵਿੱਚ ਹੁੰਦਿਆਂ ਹੋਇਆਂ ਇਹ ਕੌਤਕ ਵਰਤਾ ਦਿੱਤਾ ਕਿ ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਰਾਮਦਾਸ ਜੀ ਦੇ ਚਰਣੀ ਪਾ ਦਿੱਤਾ ਹੈ। ਇਹ ਕਿਰਪਾ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ ਹੈ। ਅਗਲੀ ਵਿਚਾਰ ਸੰਗਤਾਂ ਅਗਲੇ ਦਿਨਾਂ ਵਿੱਚ ਸਰਵਣ ਕਰਨਗੀਆਂ। ਸਮਾਂ ਸਮਾਪਤ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਧੰਨ ਸਤਿਗੁਰੂ ਰਾਮਦਾਸ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕਾ ਕੋਟਨ ਕੋਟ ਸ਼ੁਕਰਾਨਾ। ਸਮੂਹ ਸੰਗਤਾਂ ਦਾ ਧੰਨਵਾਦ। ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜੀ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਸਤਿਗੁਰੂ ਪ੍ਰਤੱਖ ਹੋਦਾ, ਮਹਾਰਾਜ ਆਪ ਟਿਕਾਇਆ। ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।